करो। ਵੇਖੋ ਕਿਸਾਨ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ। ਦੇਖੋ ਕਿਸਾਨ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਉਹਦੇ ਲਈ ਧੀਰਜ ਕਰਦਾ ਹੈ। ਉਹਦੇ ਜਿੰਨਾ ਲਈ ਚਿਰ ਉਸ ਉੱਤੇ ਪਹਿਲੀ ਅਤੇ ਪਿਛਲੀ ਵਰਖਾ ਨਾ ਪਵੇ, ਤੁਸੀਂ ਵੀ ਧੀਰਜ ਕਰੋ। ਆਪਣੇ ਮਨਾਂ ਨੂੰ ਤਕੜਿਆ ਰੱਖੋ, ਕਿਉਂ ਜੋ ਪ੍ਰਭੂ ਦਾ ਆਉਣਾ ਨੇੜੇ ਹੀ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਅੱਜ मैं इस संदेश ਨੂੰ एक टाइटल देना चाहता हाँ। पहली वर्खा ते आखिरी वर्खा तो चल ही रही है, वर्खा लई उडीक करनी। अज मैं उडीक दे उत्ते बोलना चाहता हाँ। एक बार फिर गौर नाल सुनियो, इस आयत नूं फिर दोबारे पढ़िया चाहे। सत सो हे प्रभु प्रभु दे आउण तक धीरज करो। ਵੇਖੋ ਕਿਸਾਨ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਆ ਅਤੇ ਉਹਦੇ ਲਈ ਧੀਰਜ ਕਰਦਾ ਆ ਜਿੰਨਾ ਚਿਰ ਉਸ ਉੱਤੇ ਪਹਿਲੀ ਅਤੇ ਪਿਛਲੀ ਉਹ ਪਹਿਲੀ ਵਰਖਾ ਤੇ ਆਖਰੀ ਵਰਖਾ ਦੇ ਵਾਸਤੇ ਵੀ ਕੀ ਕਰਦਾ ਪਈ, ਉਡੀਕ ਕਰਦਾ ਆ। ਪ੍ਰਭੂ ਪੜ੍ਹੇ ਗਏ ਵਚਨਾਂ ਦੁਆਰਾ ਸਭ ਨੂੰ ਬਰਕਤ ਦੇਵੇ। ਬੈਠ ਸਕਦੇ ਆ। पिछले एतवार असी देखा सीगा कि उत्तम फल दे बारे विच कि किसान किदे लई उडीक करदा है भाई, उत्तम फल चाहुंदा है जमीन दे विचों। ते असी जमीन देखा कि जमीन की है, जमीन की है कलीसिया, लोक। जमीन की है कलीसिया, ये लोक हन। बीज की है बीजा गया, खुदा दा वचन। ते बारिश की है पवित्र आत्मा। आमीन। और जदों बीज बीजिया जाता है तो बीज का बाद च उगना बड़ा जरूरी है। असी पिछले एतवार देखा है कि जे जेड़ा बीजिया गया वचन जे वो बीज ना उगे। आ कुर्सी थोड़ी साइड कर दो, आ कुर्सी तुसी बैठो भाई कर दो। हाँ जी ठीक है। जो बीजिया गया अगर वो ना उगे कुछ होर ते भाई किसान बड़ा उदास होवेगा। मैं बीजिया तो कुछ होर सी पर उगया कुछ। आमीन। जो मैं नहीं बीजिया वो उग रहा आ ते फिर की होवेगा। इनू असी देखा पिछले एतवार। मैं जे चाहने हो याद दिला देना ताकि असी ज़्यादा टाइम जोड़ा वा पिछले प्रचार दे विच वेस्ट ना कर सकीए। इब्रानियां 6 ਉਹਦੀ 7 ਤੇ 8। इब्रानियां 6 पाठ ਉਹਦੀ 7 ਤੇ 8 आयत ਨੂੰ कोई भी जन पढ़ दिओ। ਜਿਹੜੀ ਭੌਂ, ਜਿਹੜੀ ਜ਼ਮੀਨ, ਜਿਹੜੀ ਕਲੀਸਿया उस ਵਰਖਾ ਨੂੰ, उस वचन ਦੀ ਵਰਖਾ ਨੂੰ, ਜਿਹੜੀ वचन ਦੀ ਵਰਖਾ ਉਹਨਾਂ ਦੇ ਉੱਤੇ ਹਰ ਐਤਵਾਰ ਨੂੰ ਪੈਂਦੀ ਹੈ, ਪੀ ਗਈ। ਉਹ ਕਲੀਸਿया ਉਸ वचन ਨੂੰ, ਉਸ ਬਾਰਿਸ਼ ਨੂੰ ਪੀ ਗਈ। ਅਤੇ ਜਿਨ੍ਹਾਂ ਲਈ ਵਾਹੀ ਜਾਂਦੀ ਹੈ ਤੇ ਜਿਹੜਾ ਉਸ ਕਲੀਸਿया ਦੇ ਵਿੱਚ ਮਿਹਨਤ ਕਰਦਾ ਆ, ਮਜ਼ਦੂਰੀ ਕਰਦਾ ਆ, ਉਸ ਕਲੀਸਿया ਨੂੰ ਇੱਕ ਖੇਤ ਦੇ ਸਮਾਨ ਵਾਹੁੰਦਾ ਆ, ਮਹਿਮਾ ਕਰਨ ਦੇ ਦੁਆਰਾ ਉਸ ਤੋਂ ਬਾਅਦ ਬੀਜ ਬੀਜਦਾ ਆ। ਪੜੀਏ ਉਹਨਾਂ ਦੇ ਜੋਗ ਸਾਗ ਪੱਤ ਉਗਾਉਂਦੀ। ਉਹ ਜੋ ਮਾਲਕ ਬੀਜਦਾ ਆ ਉਹਦੇ ਵਾਸਤੇ ਉਹ ਜ਼ਮੀਨ ਕੀ ਉਗਾਉਂਦੀ ਆ ਪਈ, ਸਾਗ ਪੱਤ ਉਗਾਉਂਦੀ ਆ। ਪੜੀਏ ਉਹਨੂੰ ਖੁਦਾ ਤੋਂ ਵਰ ਮਿਲਦਾ ਹੈ। ਉਸ ਜ਼ਮੀਨ ਨੂੰ ਖੁਦਾ ਵੱਲੋਂ ਵਰ ਮਿਲਦਾ ਆ। ਪਰ ਜੇ ਉਹ ਕੰਡਿਆਲੀਆਂ ਅਤੇ ਪਖੜੇ ਉਤਪਨ ਤੇ ਜੇ ਉਹ ਜ਼ਮੀਨ, ਉਹ ਕਲੀਸਿया ਕੰਡਿਆਲੀਆਂ ਤੇ ਭਖੜੇ ਉਤਪੰਨ ਕਰੇ ਤਾਂ ਅਪਰਵਾਨ ਹੁੰਦੀ ਤੇ ਹੈ ਉਹ ਖੁਦਾ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੁੰਦੀ ਅਤੇ ਸਰਾਪੀ ਜਾਂਦੇ ਨੇੜੇ ਤੇ ਉਹਨੂੰ ਖੁਦਾ ਵੱਲੋਂ ਸਰਾਪ ਮਿਲਦਾ ਆ। ਇਹੋ ਜੀ ਕਲੀਸਿया ਨੂੰ, ਇਹੋ ਜਿਹੇ ਲੋਕਾਂ ਨੂੰ। ਪੜੀਏ ਜਿਸ ਦਾ ਅੰਤ ਪਸੰਦ ਕੀਤਾ ਜਾਂਦਾ ਤੇ ਫਿਰ ਉਹਨਾਂ ਦਾ ਅਖੀਰ ਦੇ ਵਿੱਚ ਬਚਾਏ ਜਾਣ ਦੀ ਕੋਈ ਵੀ ਆਸ ਨਹੀਂ ਹੁੰਦੀ, ਕਿਉਂਕਿ ਜੋ ਬੀਜਿਆ ਸੀ ਉਥੋਂ ਉਗਿਆ ਨਹੀਂ। ਉਹ ਸਰਾਪੇ ਜਾਣ ਦੇ ਨੇੜੇ ਹੈ। ਖੁਦਾ ਦੇ ਕੋਲੋਂ
ਉਹ ਪ੍ਰਵਾਨ ਖੁਦਾ ਤੱਕ ਨਹੀਂ ਹੁੰਦੀ। ਇਸ ਲਈ ਇਹ ਸਾਡੇ ਪਿਛਲੇ ਸੰਦੇਸ਼ ਦਾ ਟਾਈਟਲ ਸੀ, ਉੱਤਮ ਫਲ। ਪਹਿਲੀ ਵਰਖਾ ਤੇ ਆਖਰੀ ਵਰਖਾ ਤੇ ਉੱਤਮ ਫਲ। ਅੱਜ ਵਰਖਾ ਲਈ ਉਡੀਕ, ਕਿਸਾਨ ਉਡੀਕ ਕਰਦਾ ਆ। ਅੱਜ ਅਸੀਂ ਉਡੀਕ ਦੇ ਬਾਰੇ ਵਿੱਚ ਕੁਝ ਦੇਖਣ ਜਾ ਰਹੇ ਹਾਂ। ਹਾਲੇਲੂਇਆ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਦੇਖਾਂਗੇ ਕਿ ਵਰਖਾ ਕਰੇਗੀ ਕੀ। ਮੈਂ ਇਹਦੇ ਉੱਪਰ ਜ਼ਰੂਰ ਆਵਾਂਗਾ, ਲੇਕਿਨ ਸਟੈਪ ਬਾਈ ਸਟੈਪ। ਖੁਦਾ ਨੇ ਫਿਰ ਮੈਨੂੰ ਅੱਜ ਰੋਕ ਲਿਆ ਰਸਤੇ ਦੇ ਵਿੱਚ, ਤਾਂ ਕਿ ਮੈਂ ਇਹ ਵਰਖਾ ਕਰੇਗੀ ਕੀ ਇਹ ਨਾ ਸੁਣਾ ਪਾਵਾਂ। ਇਹਦਾ ਵਿਚਲਾ ਕੁਛ ਪਾਠ ਖੁਦਾ ਨੇ ਪ੍ਰੇਰਨਾ ਦੁਆਰਾ ਮੈਨੂੰ ਬਖਸ਼ਿਆ ਆ, ਜੋ ਮੈਂ ਅੱਜ ਉਹਦੇ ਉੱਪਰ ਗੱਲ ਕਰਨੀ ਚਾਹੁੰਦਾ ਹਾਂ। ਹਾਲੇਲੂਇਆ। ਉਡੀਕ ਕਰਨੀ, ਜੋ ਕਿ ਉਡੀਕ ਕਰਨੀ ਕਈਆਂ ਦੇ ਲਈ ਬੜੀ ਔਖੀ ਹੁੰਦੀ ਹੈ, ਔਖੀ ਹੁੰਦੀ ਹੈ। ਉਡੀਕ ਕਰਨੀ, ਇੰਤਜ਼ਾਰ ਕਰਨਾ, ਧੀਰਜ ਕਰਨਾ, ਧੀਰਜ ਨਾਲ ਉਡੀਕ ਕਰਨੀ। ਕਈ ਵਾਰ ਕਿਸੇ ਇਨਸਾਨ ਦੀ ਉਡੀਕ ਕੀਤੀ ਜਾਵੇ, ਉਹਨੇ ਸਮਾਂ ਕੁਛ ਜ਼ਿਆਦਾ ਲਗਾ ਦਿੱਤਾ, ਸਮਾਂ ਕੁਛ ਜ਼ਿਆਦਾ ਲਗਾ ਦਿੱਤਾ, ਤੇ ਫਿਰ ਕੀ ਆਉਂਦੀ ਹੈ ਭਾਈ? ਖਿਝ ਆਉਂਦੀ ਆ। ਇੰਨਾ ਚਿਰ ਹੋ ਗਿਆ ਉਡੀਕਦਿਆਂ ਨੂੰ। ਉਡੀਕ ਕਰਨੀ ਕੀ ਹੈ ਭਾਈ? ਔਖੀ ਹੈ। ਇਸ ਲਈ ਥੋੜਾ ਗੌਰ ਕਰਿਓ। ਆਓ ਪਹਿਲਾ ਕਰੈਕਟਰ ਅਸੀਂ ਲੈਂਦੇ ਹਾਂ ਅਬਰਾਹਮ। ਅਬਰਾਹਮ ਦੀ ਉਡੀਕ ਨੂੰ ਵੇਖਾਂਗੇ। ਹਾਲੇਲੂਇਆ। ਆਨੇ ਆ ਆਸਤਾ ਆਸਤਾ ਅਸੀਂ ਇਸ ਵਰਖਾ ਦੇ ਵੱਲ, ਇਹਨਾਂ ਬਾਰਿਸ਼ਾਂ ਦੇ ਵੱਲ, ਜੋ ਕਿ ਇੱਕ ਪਹਿਲੀ ਵਰਖਾ ਤੇ ਇੱਕ ਦੂਸਰੀ ਵਰਖਾ, ਅਸੀਂ ਆਸਤਾ ਆਸਤਾ ਇੱਧਰ ਨੂੰ ਆਉਂਦੇ ਹਾਂ, ਇੱਧਰ ਨੂੰ ਵੱਧਦੇ ਹਾਂ। ਪਿਆਰੇ ਲੋਗੋ, ਅਬਰਾਹਮ ਨਾਲ ਖੁਦਾ ਨੇ ਵਾਅਦਾ ਕੀਤਾ, ਤੇ ਕੋਈ ਸ਼ੱਕ ਨਹੀਂ ਕਿ ਉਹਨੇ ਅਬਰਾਹਮ ਦੀ ਅੰਸ਼ ਨਾਲ ਵੀ ਵਾਅਦਾ ਕੀਤਾ। ਉਹਨੇ ਏਲੀਆ ਨੂੰ ਭੇਜਣ ਦਾ ਵਾਅਦਾ ਕੀਤਾ, ਉਹਨੇ ਆਪਣੇ ਵਾਅਦੇ ਮੁਤਾਬਕ ਏਲੀਆ ਨੂੰ ਭੇਜਿਆ। ਹਾਲੇਲੂਇਆ। ਉਸਨੇ ਪਵਿੱਤਰ ਬਾਈਬਲ ਦੇ ਮੁਤਾਬਕ ਜਿਹੜੇ ਜਿਹੜੇ ਵਾਅਦੇ ਕੀਤੇ, ਉਸ ਖੁਦਾ ਨੇ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ। ਤੇ ਅੱਜ ਵੀ ਜਿਹੜੇ ਉਹਨੇ ਮੇਰੇ ਤੇ ਤੁਹਾਡੇ ਲਈ ਵਾਅਦੇ ਕੀਤੇ ਨੇ, ਉਹ ਇਹਨਾਂ ਵਾਅਦਿਆਂ ਨੂੰ ਪੂਰਾ ਜ਼ਰੂਰ ਕਰੇਗਾ। ਆਮੀਨ। ਹੁਣ ਉਹਨੇ ਅਬਰਾਹਮ ਦੇ ਨਾਲ ਵਾਅਦਾ ਕੀਤਾ ਕਿ ਅਬਰਾਹਮ ਨੇ ਤਾਂ ਉਸ ਵਾਅਦੇ ਲਈ ਉਡੀਕ ਕੀਤੀ ਕਿ ਮੈਨੂੰ ਤੇ ਤੁਹਾਨੂੰ ਪਤਾ ਹੈ ਕਿ ਮੇਰੇ ਤੇ ਤੁਹਾਡੇ ਨਾਲ ਮੇਰੇ ਖੁਦਾ ਨੇ, ਸਾਡੇ ਖੁਦਾ ਨੇ ਵਾਅਦਾ ਕੀ ਕੀਤਾ। ਅਬਰਾਹਮ ਨਾਲ ਕੀ ਵਾਅਦਾ ਕੀਤਾ ਗਿਆ? ਅਬਰਾਹਮ ਜਾਣਦਾ ਸੀ ਇਹ ਵਾਅਦਾ ਕੀਤਾ ਕਿੰਨੇ ਆ, ਇਹ ਉਹਨੂੰ ਜਾਣਦਾ ਸੀ ਕਿ ਹੈ ਕੌਣ। ਹਾਲੇਲੂਇਆ। ਇਹਦੇ ਨਾਲ ਨਾਲ ਅਬਰਾਹਮ ਨੇ ਉਸ ਵਾਅਦੇ ਦੀ ਕੀ ਕੀਤੀ ਪਈ? ਉਡੀਕ ਕੀਤੀ, ਧੀਰਜ ਨਾਲ ਉਡੀਕ ਕੀਤੀ। ਆਮੀਨ। ਇੰਤਜ਼ਾਰ ਕੀਤਾ। ਪੜ੍ਹਦਿਆਂ ਸੀ ਨਬੀ ਦੇ ਸੰਦੇਸ਼ ਵਿੱਚੋਂ, ਬੋਲਿਆ ਹੋਇਆ ਵਚਨ ਮੂਲ ਬੀਜ ਹੈ। ਕੀ ਦੇਖੀ ਜਾਂਦੇ ਪਏ ਤੁਸੀਂ? ਆਹ ਦੇਖੋ ਸੰਦੇਸ਼ ਪਏ, ਇਹਨਾਂ ਦੇ ਵਿੱਚ ਦੇਖੋ, ਆਹ ਦੇਖੋ ਬੋਲਿਆ ਹੋਇਆ ਵਚਨ ਮੂਲ ਬੀਜ ਹੈ। ਹਾਲੇਲੂਇਆ। ਬੋਲਿਆ ਹੋਇਆ ਵਚਨ ਮੂਲ ਬੀਜ ਹੈ। ਪੇਜ ਨੰਬਰ 54, ਪੈਰਾ ਨੰਬਰ 213। ਥੋੜਾ ਗੌਰ ਕਰਿਓ। ਮੈਂ ਅੱਜ ਉਡੀਕ ਬਾਰੇ, ਇੰਤਜ਼ਾਰ ਬਾਰੇ ਥੋੜਾ ਦੱਸਣਾ ਮੰਗਦਾ ਹਾਂ, ਕਿਉਂਕਿ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਹੀ ਇਸ ਉਡੀਕ ਦੇ ਬਾਰੇ ਵਿੱਚ ਪੜ੍ਹਿਆ ਆ ਕਿ ਕਿਸਾਨ ਕੀ ਕਰਦਾ ਪਈ? ਉੱਤਮ ਫਲ ਦੀ ਉਡੀਕ ਕਰਦਾ ਆ। ਉਹ ਪਹਿਲੀ ਵਰਖਾ ਤੇ ਆਖਰੀ ਵਰਖਾ ਦੀ ਉਡੀਕ ਕਰਦਾ ਆ। ਆਮੀਨ।
ਹਾਂਜੀ ਮਿਲ ਗਿਆ ਬੇਟਾ, ਪੜ੍ਹ ਦਈਏ। ਉਸਨੇ ਉਸਨੇ ਆਖਿਆ ਮੈਂ ਤੇਰੇ ਕੋਲ ਆਉਣਾ ਹੈ, ਮੈਂ ਤੇਰੇ ਕੋਲ ਆਉਣਾ ਹੈ। ਜਿਹੜਾ ਨਿੱਜੀ ਪ੍ਰਣਾਮ ਹੈ। 54 ਪੇਜ ਨੰਬਰ 213 ਪੜ੍ਹ ਰਹੇ ਹੋ? ਹਾਂਜੀ ਪੜ੍ਹੀਏ। ਤੈਨੂੰ ਜੀਵਨ ਦੀ ਰੁੱਤ ਦੇ ਅਨੁਸਾਰ ਮਿਲਣ ਆਉਣਾ ਹੈ। ਤੈਨੂੰ ਜੀਵਨ ਦੀ ਰੁੱਤ ਦੇ ਅਨੁਸਾਰ ਮੈਂ ਮਿਲਣ ਵਾਸਤੇ ਆਉਣਾ ਹੈ। ਪੜ੍ਹੀਏ। ਖੁਦਾ ਕਹਿ ਰਿਹਾ ਅਬਰਾਹਮ ਨੂੰ, ਹਾਂਜੀ, ਅਤੇ ਤੁਹਾਡੇ ਉਸ ਬੱਚੇ ਦਾ ਜਨਮ ਹੋਣਾ ਹੈ, ਤੁਹਾਡੇ ਉਸ ਬੱਚੇ ਦਾ ਜਨਮ ਹੋਣਾ ਹੈ, ਜਿਸ ਦੇ ਲਈ ਤੁਸੀਂ ਇੰਨੀ ਦੇਰ ਇੰਤਜ਼ਾਰ ਕੀਤਾ। ਜਿਸ ਬੱਚੇ ਦੇ ਲਈ ਤੁਸੀਂ ਇੰਨੀ ਦੇਰ ਕੀ ਕੀਤਾ ਪਈ? ਇੰਤਜ਼ਾਰ ਕੀਤਾ। ਇੰਤਜ਼ਾਰ ਮੀਨਿੰਗ ਉਡੀਕ ਕੀਤੀ। ਮੇਰਾ ਵਿਸ਼ਾ ਉਡੀਕ ਉੱਤੇ ਹੈ। ਤੇ ਮੈਂ ਅਬਰਾਹਮ ਨੂੰ ਇੱਕ ਕਰੈਕਟਰ ਵਜੋਂ ਲਿਆ। ਉਹ ਉਡੀਕ ਕਰਨ ਵਾਲਾ ਸੀ। ਉਹ ਧੀਰਜ ਨਾਲ ਇੰਤਜ਼ਾਰ ਕਰਦਾ ਰਿਹਾ। ਅਸੀਂ ਖੁਦਾ ਕੋਲੋਂ ਕੋਈ ਵਸਤੂ ਮੰਗਦੇ ਹਾਂ, ਅਸੀਂ ਸੋਚਦੇ ਹਾਂ ਸਾਨੂੰ ਜਲਦੀ ਅਬੇ ਹੀ ਮਿਲ ਜਾਏ। ਅਸੀਂ ਧੀਰਜ ਨਹੀਂ ਕਰਦੇ। ਧੀਰਜ ਨਾਲ ਮੰਗ ਲਿਆ, ਸੀ ਉਡੀਕ ਨਹੀਂ ਕਰਦੇ ਕਿ ਅਸੀਂ ਵਸਤੂ ਮੰਗੀ ਹੈ ਤੇ ਹੁਣ ਉਹ ਕਦ ਦੇ ਰਿਹਾ ਹੈ, ਉਹ ਦੇਵੇਗਾ। ਅਸੀਂ ਉਡੀਕ ਨਹੀਂ ਕਰਦੇ, ਧੀਰਜ ਨਾਲ ਉਹਦੀ ਉਡੀਕ ਨਹੀਂ ਕਰਦੇ। 75 ਸਾਲ ਦਾ ਸੀ ਇਹ ਅਬਰਾਹਮ। 65 ਸਾਲਾਂ ਦੀ ਸੀ ਇਹਦੀ ਪਤਨੀ ਸਾਇਰਾ। ਦਰਅਸਲ ਜਦੋਂ ਵਾਅਦਾ ਕੀਤਾ ਗਿਆ ਉਦੋਂ ਅਬਰਾਹਮ ਨਹੀਂ ਸੀ, ਉਸ ਸਮੇਂ ਉਹ ਅਬਰਾਮ ਸੀ। ਤੇ ਜਦੋਂ ਸਾਇਰਾ ਦਾ ਨਾਂ ਸਾਇਰਾ ਨਹੀਂ ਸੀ, ਇਹਦਾ ਨਾਂ ਸਾਇਰੀ ਸੀ। ਪਿਆਰਿਓ, ਕੁਛ ਚੇਂਜ ਹੋਣਾ ਪੈਣਾ ਆ ਉਸ ਵਾਅਦੇ ਨੂੰ ਪ੍ਰਾਪਤ ਕਰਨ ਦੇ ਲਈ। ਵਾਅਦਾ ਉਦੋਂ ਕੀਤਾ ਗਿਆ ਜਦੋਂ ਅਬਰਾਮ ਸੀ। ਵਾਅਦਾ ਉਦੋਂ ਕੀਤਾ ਗਿਆ ਜਦ ਉਹ ਸਾਇਰੀ ਸੀ। ਵਾਅਦਾ ਉਦੋਂ ਪੂਰਾ ਹੋਇਆ ਜਦੋਂ ਅਬਰਾਮ ਤੋਂ ਅਬਰਾਹਮ ਬਣ ਗਿਆ। ਵਾਅਦਾ ਉਦੋਂ ਪੂਰਾ ਹੋਇਆ ਜਦੋਂ ਸਾਇਰੀ ਤੋਂ ਸਾਰਾ ਬਣ ਗਈ। ਇਸ ਲਈ ਮੇਰੀਓ ਭੈਣੋ, ਮੇਰੇ ਭਰਾਓ, ਕੁਛ ਚੇਂਜਿੰਗ ਹੋਣੀ ਜ਼ਰੂਰੀ ਹੈ। ਭਾਵੇਂ ਮੇਰੇ ਤੇ ਤੁਹਾਡੇ ਨਾਲ ਉਸ ਖੁਦਾ ਨੇ ਵਾਅਦਾ ਉਦੋਂ ਕਰ ਦਿੱਤਾ ਜਦੋਂ ਅਸੀਂ ਪਾਪ ਵਿੱਚ ਸੀਗੇ, ਪਰ ਪੂਰਾ ਉਦੋਂ ਹੋਣਾ ਵਾਅਦਾ ਜਦੋਂ ਪਾਪ ਚੋਂ ਬਾਹਰ ਨਿਕਲ ਕੇ ਅਸੀਂ ਬਦਲੇ ਹੋਏ ਹੋ ਜਾਵਾਂਗੇ। ਕੁਛ ਚੇਂਜਿੰਗ ਚਾਹੀਦੀ ਹੈ, ਕੁਛ ਬਦਲਾਵ ਚਾਹੀਦਾ ਹੈ। 25 ਸਾਲ ਉਡੀਕ ਕਰਨੀ ਪਈ। 25 ਸਾਲ ਬਾਅਦ ਉਹ ਵਾਅਦਾ ਪੂਰਾ ਹੋਇਆ। ਪੜ੍ਹੀਏ ਕੀ ਲਿਖਿਆ ਹੈ ਇੱਕ ਵਾਰ ਫਿਰ ਇਸੇ ਨੂੰ ਹੀ। ਉਹਨੇ ਆਖਿਆ ਮੈਂ ਤੇਰੇ ਕੋਲ ਆਉਣਾ ਹੈ, ਜਿਹੜਾ ਨਿੱਜੀ ਪ੍ਰਣਾਮ ਹੈ। ਮੈਂ ਤੈਨੂੰ ਜੀਵਨ ਦੀ ਰੁੱਤ ਦੇ ਅਨੁਸਾਰ ਮਿਲਣ ਵਾਸਤੇ ਆਉਣਾ। ਖੁਦਾ ਕਹਿ ਰਿਹਾ ਅਬਰਾਹਮ ਨੂੰ, ਤੁਹਾਡੇ ਉਸ ਬੱਚੇ ਦਾ ਜਨਮ ਹੋਣਾ ਹੈ, ਜਿਸ ਬੱਚੇ ਦੇ ਲਈ ਤੁਹਾਨੂੰ ਇੰਨੀ ਦੇਰ 25 ਸਾਲ ਇੰਤਜ਼ਾਰ ਕਰਨਾ ਪਿਆ, ਉਡੀਕ ਕਰਨੀ ਪਈ। ਪੜ੍ਹੀਏ। ਅੰਤ ਵੇਲੇ ਦੀ ਵਰਖਾ ਵਰਨ ਦੀ ਤਿਆਰੀ ਹੈ। ਅੰਤ ਵੇਲੇ ਦੀ ਵਰਖਾ ਵਰਨ ਦੀ ਤਿਆਰੀ ਹੈ। ਧਿਆਨ ਨਾਲ ਸੁਣਿਓ। ਵਰਖਾ ਕਦੋਂ ਹੋਈ? ਮੈਂ ਕਹਾਂਗਾ 25 ਸਾਲ ਬਾਅਦ। ਤੇ ਜੋ ਬੋਲਿਆ ਹੋਇਆ ਵਚਨ ਸੀ ਇਹ ਕਦੋਂ ਬੋਲਿਆ ਗਿਆ? 25 ਸਾਲ ਪਹਿਲਾਂ ਬੋਲਿਆ ਹੋਇਆ ਵਚਨ 25 ਸਾਲ ਪਹਿਲਾਂ, ਤੇ ਬੋਲਿਆ ਹੋਇਆ ਵਚਨ ਪੂਰਾ ਹੋਇਆ 25 ਸਾਲ ਬਾਅਦ। ਕਿੰਨੇ ਮੇਰੀ ਗੱਲ ਨੂੰ ਸਮਝ ਗਏ? ਹਾਂਜੀ ਪੜ੍ਹੀਏ। ਤੁਸੀਂ ਉਸ ਬੀਜ ਨੂੰ ਕਾਫੀ ਦੇਰ ਤੱਕ ਫੜ ਕੇ ਬੈਠੇ ਰਹੇ ਹੋ। ਇਹਦਾ ਉੱਪਰਲਾ ਥੋੜਾ ਜਿਹਾ ਹਵਾਲਾ ਵਰਖਾ ਦੇ ਬਾਰੇ ਵਿੱਚ। ਅੰਤ ਵੇਲੇ ਦੀ ਵਰਖਾ ਵਰਨ ਦੀ ਤਿਆਰੀ ਹੈ। ਅੰਤ ਵੇਲੇ ਦੀ ਵਰਖਾ ਵਰਨ ਦੀ ਤਿਆਰੀ ਵਿੱਚ ਹੈ। ਗੱਲ ਕਿਹਦੀ ਚੱਲ ਰਹੀ ਹੈ? ਅਬਰਾਹਮ ਦੀ। ਗੌਰ ਕਰਿਓ।
ਗੱਲ ਕਿਹਦੀ ਚੱਲ ਰਹੀ ਹੈ ਭਾਈ? ਅਬਰਾਹਮ ਦੀ। ਅਬਰਾਹਮ ਨੂੰ ਪੁੱਤਰ ਦਾ ਵਾਅਦਾ ਕੀਤਾ ਗਿਆ। ਜਦੋਂ ਵਾਅਦਾ ਕੀਤਾ ਗਿਆ, ਇਹ ਪਹਿਲੀ ਵਰਖਾ ਸੀ। ਜਦੋਂ ਪੁੱਤਰ ਪ੍ਰਾਪਤ ਕਰ ਲਿਆ, ਇਹ ਦੂਜੀ ਵਰਖਾ ਸੀ। ਇਸ ਲਈ ਪਹਿਲੀ ਵਰਖਾ ਹੋ ਚੁੱਕੀ ਸੀ। ਹੁਣ ਤਾਂ ਨਬੀ ਕਹਿੰਦੇ ਹੁਣ ਅੰਤ ਵਾਲੀ ਵਰਖਾ ਵਰਨ ਦੀ ਤਿਆਰੀ ਕਰ ਰਹੀ ਹੈ। ਕਿਹਨੂੰ ਕਹਿ ਰਹੀ ਹੈ? ਅਬਰਾਹਮ ਨੂੰ। ਤਾਂ ਕਹਿੰਦਾ ਮੈਂ, ਖੁਦਾ ਕਹਿੰਦਾ ਮੈਂ ਆ ਰਿਹਾ ਤੇਰੇ ਕੋਲ। ਹਾਂਜੀ ਪੜ੍ਹੀਏ। ਤੁਸੀਂ ਉਸ ਬੀਜ ਨੂੰ ਕਾਫੀ ਦੇਰ ਫੜ ਕੇ ਬੈਠੇ ਰਹੇ ਹੋ। ਤੁਸੀਂ ਉਸ ਬੀਜ ਨੂੰ, ਅਬਰਾਹਮ ਨੂੰ ਕਹਿੰਦਾ ਹੈ ਕਿ ਤੂੰ ਉਸ ਬੀਜ ਨੂੰ ਕਾਫੀ ਦੇਰ ਤੱਕ ਫੜ ਕੇ ਰੱਖਿਆ। ਜਿਹੜਾ ਬੀਜ ਬੀਜਿਆ ਕਿ ਤੇਰੀ ਪਤਨੀ ਤੇਰੇ ਲਈ ਪੁੱਤਰ ਪੈਦਾ ਕਰੇਗੀ, ਮੈਂ ਤੇਰੀ ਅੰਸ਼ ਨੂੰ ਵਧਾਵਾਂਗਾ, ਤੂੰ ਫਲਵੰਤ ਹੋਵੇਂਗਾ। ਇਹ ਬੀਜ ਬੀਜਿਆ ਗਿਆ ਸੀ। ਇਹ ਬੀਜ ਨੂੰ ਅਬਰਾਹਮ ਨੇ ਕੁੱਟ ਕੇ ਫੜੀ ਰੱਖਿਆ ਕਿ ਮੇਰੇ ਬੱਚਾ ਪੈਦਾ ਹੋਵੇਗਾ। ਸਮਝ ਆ ਰਹੀ ਹੈ ਭਾਈ? ਤੂੰ ਕਾਫੀ ਦੇਰ ਤੱਕ ਇਸ ਬੀਜ ਨੂੰ, ਇਸ ਵਚਨ ਨੂੰ ਫੜ ਕੇ ਰੱਖਿਆ ਹੈ। ਪੜ੍ਹੀਏ। ਕਾਫੀ ਦੇਰ ਉਸ ਤੇ ਨਿਹਚਾ ਲਾਈ ਬੈਠੇ ਹੋ। ਕਾਫੀ ਦੇਰ ਤੱਕ ਇਸ ਵਚਨ ਦੇ ਉੱਤੇ ਤੁਸੀਂ ਨਿਹਚਾ ਲਗਾਈ ਬੈਠੇ ਹੋ ਅਤੇ ਤੁਸੀਂ ਆਉਣ ਵਾਲੇ ਪੁੱਤਰ ਦੀ ਇੰਤਜ਼ਾਰ ਕਰ ਰਹੇ ਹੋ। ਹਾਂਜੀ, ਹੁਣ ਸਮਝ ਆਈ? ਗੱਲ ਅਬਰਾਹਮ ਦੀ ਚੱਲ ਰਹੀ ਹੈ। ਵਰਖਾ ਨੂੰ ਕਿਹਦੇ ਨਾਲ ਜੋੜ ਰਿਹਾ ਨਬੀ? ਅਬਰਾਹਮ ਦੇ ਨਾਲ। ਫਿਰ ਇੱਕ ਵਾਰ ਪੜ੍ਹ ਦਈਏ ਇਸੇ ਨੂੰ। ਅਤੇ ਤੁਸੀਂ ਆਉਣ ਵਾਲੇ ਪੁੱਤਰ ਦੀ ਇੰਤਜ਼ਾਰ ਕਰ ਰਹੇ ਹੋ। ਤੁਸੀਂ ਆਉਣ ਵਾਲੇ ਪੁੱਤਰ ਦੀ ਇੰਤਜ਼ਾਰੀ ਕਰ ਰਹੇ ਹੋ, ਉਡੀਕ ਕਰ ਰਹੇ ਹੋ। ਪੜ੍ਹੀਏ। ਅਤੇ ਉਹ ਆ ਰਿਹਾ ਹੈ। ਹਾਲੇਲੂਇਆ। ਉਹ ਆ ਰਿਹਾ ਹੈ। ਇਹ ਆਖਰੀ ਵਰਖਾ ਹੈ। ਤੇ ਫਿਰ ਪਹਿਲੀ ਵਰਖਾ ਕਦੋਂ ਹੋਈ? 25 ਸਾਲ ਪਹਿਲਾਂ। ਕਦੋਂ ਹੋਈ? ਜਦ ਉਹ ਅਬਰਾਹਮ 75 ਸਾਲਾਂ ਦਾ ਸੀ। ਕਿਹੜੀ ਵਰਖਾ ਹੋਈ? ਬੀਜ ਬੀਜਿਆ ਗਿਆ, ਸਿੱਖਿਆ ਦੀ ਵਰਖਾ ਹੋਈ। ਆਮੀਨ। ਤੇ ਦੂਸਰੀ ਵਰਖਾ ਆਤਮਾ ਦੀ ਵਰਖਾ ਇਸਹਾਕ ਦਾ ਪੈਦਾ ਹੋਣਾ। ਹੁਣ ਅਬਰਾਹਮ ਪਹਿਲੀ ਵਰਖਾ ਲੈ ਚੁੱਕਿਆ ਸੀ। ਹੁਣ ਉਹ ਦੂਸਰੀ ਵਰਖਾ ਦੇ ਲਈ ਕੀ ਕਰ ਰਿਹਾ ਭਾਈ? ਇੰਤਜ਼ਾਰੀ, ਉਡੀਕ ਕਰ ਰਿਹਾ ਹੈ। ਸ਼ਾਇਦ ਮੈਂ ਇਹਨੂੰ ਕੰਪਲੀਟ ਨਾ ਕਰ ਪਾਵਾਂ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ। ਹਾਂਜੀ ਪੜ੍ਹੀਏ। ਅਤੇ ਇੱਕ ਚੁਣਿਆ ਹੋਇਆ ਬੀਜ ਅਸਲੀ ਕਲੀਸਿਆ ਹੈ। ਇਹ ਚੁਣਿਆ ਹੋਇਆ ਬੀਜ ਅਸਲੀ ਕਲੀਸਿਆ ਹੈ। ਪੜ੍ਹੀਏ। ਤੁਸੀਂ ਉਸ ਦੀ ਇੰਤਜ਼ਾਰ ਕਰ ਰਹੇ ਹੋ। ਤੁਸੀਂ ਉਹਦੀ ਇੰਤਜ਼ਾਰੀ ਕਰ ਰਹੇ ਹੋ। ਅਤੇ ਹੁਣ ਮੈਂ ਉਸ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਹਾਂਜੀ। ਇਹ ਕਿਸ ਨੇ ਆਖਿਆ? ਵਚਨ ਨੇ। ਹਾਲੇਲੂਇਆ। ਆਮੀਨ। ਹੁਣ ਇਹ ਪਹਿਲੀ ਵਰਖਾ ਨੂੰ ਲੈ ਕੇ ਆਖਰੀ ਵਰਖਾ ਨੂੰ ਲੈ ਕੇ ਸਾਡੇ ਯੁੱਗ ਦਾ ਨਬੀ ਕਿੱਥੇ ਚਲਾ ਗਿਆ ਭਾਈ? ਅਬਰਾਹਮ ਦੇ ਸਮੇਂ ਦੇ ਵਿੱਚ। ਅਬਰਾਹਮ ਦੇ ਸਮੇਂ ਦੇ ਵਿੱਚ। ਕਿੰਨੇ ਮੇਰੇ ਨਾਲ ਨੇ? ਅਬਰਾਹਮ ਦੇ ਸਮੇਂ ਵਰਖਾ ਨੂੰ ਨਬੀ ਲੈ ਕੇ ਗਿਆ। ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਵਿਸ਼ੇ ਦੇ ਵਿੱਚ ਆਣ ਕੇ ਤੁਹਾਨੂੰ ਉੱਥੋਂ ਤੱਕ ਵੀ ਲੈ ਕੇ ਜਾਵਾਂਗਾ, ਪਹੁੰਚਾਂਗਾ, ਕਲੀਅਰ ਕਰਾਂਗਾ। ਖੁਦਾ ਰਹਿਮ ਕਰੇ। ਪੜ੍ਹ ਦਿਓ 216। ਫਿਰ ਸਾਰਾ ਆਪਣੇ ਆਪ ਵਿੱਚ ਉਸ ਗੰਦਗੀ ਵੱਲ ਧਿਆਨ ਕਰੋ। ਅਸਲ ਵਿੱਚ ਉਸ ਦੀ ਬੇਪਰਤੀਤੀ ਦੇ ਕਾਰਨ ਖੁਦਾ ਉਸ ਨੂੰ ਉੱਥੇ ਹੀ ਮਾਰ ਸਕਦਾ ਸੀ। ਸਾਇਰਾ, ਅਸੀਂ ਦੇਖ ਰਹੇ ਹਾਂ ਕਿ ਸਾਇਰਾ ਹੱਸੀ। ਕਿੰਨੇ ਸਮਝ ਗਏ? ਸਾਇਰਾ ਹੱਸੀ। ਉਹਦਾ ਹੱਸਣਾ ਇੱਕ ਗੰਦਗੀ ਸੀ। ਉਹਦਾ ਹੱਸਣਾ ਇੱਕ ਮਜ਼ਾਕ ਕਰਨਾ ਸੀ ਉਸ ਖੁਦਾ ਦੇ ਵਚਨ ਉੱਤੇ, ਖੁਦਾ ਦੀ ਉਸ ਵਰਖਾ ਦੇ ਉੱਤੇ ਜੋ ਨੇ ਵਚਨ ਦੀ ਵਰਖਾ ਭੇਜੀ। ਉਹਦਾ ਇੱਕ ਮਜ਼ਾਕ ਉਡਾਉਣਾ ਸੀ। ਉਹਦੇ ਉੱਤੇ ਉਹਦਾ ਹੱਸਣਾ, ਬੇਪਰਤੀਤੀ ਕਰਨਾ ਸੀ। ਤੇ ਖੁਦਾ ਉਹਨੂੰ, ਹਾਂਜੀ ਕੀ ਲਿਖਿਆ, ਮਾਰ ਸਕਦਾ ਸੀ।
ਮਾਰ ਸਕਦਾ ਸੀ, ਪਰ ਕਿਉਂ ਨਹੀਂ ਮਾਰਿਆ? ਮੈਂ ਦੱਸਿਆ ਪਹਿਲੇ, ਕਈਆਂ ਸੰਦੇਸ਼ਾਂ ਵਿੱਚੋਂ ਦੀ ਮੈਂ ਹਿੰਟ ਦਿੱਤੇ ਸੀਗੇ, ਜੇ ਕਿਸੇ ਨੂੰ ਯਾਦ ਹੋਵੇ ਕਿ ਖੁਦਾ ਦਾ ਮਜ਼ਾਕ ਉਡਾ ਕੇ ਕੋਈ ਜਿੰਦਾ ਰਹਿ ਸਕਦਾ ਹੈ? ਭਾਈ ਮਜ਼ਾਕ ਉਡਾਇਆ ਅਲੀਸਾ ਦਾ, 40-42 ਮਰ ਗਏ ਉਹਦਾ ਮਜ਼ਾਕ ਉਡਾਉਣ ਵਾਲੇ। ਨਬੀ ਨੇ ਆਖਿਆ ਨਬੀ ਦਾ ਮਜ਼ਾਕ ਉਡਾਉਣਾ, ਕਿਸੇ ਸੰਦੇਸ਼ ਵਿੱਚ ਨਬੀ ਨੇ ਜ਼ਿਕਰ ਕੀਤਾ ਹੈ ਇਹ ਨਾ ਮਾਫੀਯੋਗ ਪਾਪ ਹੈ। ਇਸ ਲਈ ਪਿਆਰਿਓ, ਕਿ ਖੁਦਾ ਦਾ ਮਜ਼ਾਕ ਉਡਾ ਕੇ ਕੋਈ ਜਿਉਂਦਾ ਰਹਿ ਸਕਦਾ? ਸਾਇਰਾ ਕਿਉਂ ਬਚੀ ਰਹੀ? ਕਿਉਂਕਿ ਖੁਦਾ ਨੇ ਅਬਰਾਹਮ ਦੇ ਨਾਲ ਸਾਇਰਾ ਤੋਂ ਬੱਚਾ ਪੈਦਾ ਹੋਵੇਗਾ ਵਾਅਦਾ ਕੀਤਾ ਸੀ, ਤੇ ਜੇ ਉਹ ਸਾਇਰਾ ਨੂੰ ਮਾਰ ਦਿੰਦਾ ਤੇ ਫਿਰ ਵਾਅਦਾ ਪੂਰਾ ਨਹੀਂ ਸੀ ਹੋਣਾ। ਇਹ ਕਾਰਨ ਨੰਬਰ 1 ਸੀ। ਬਾਕੀ ਅੱਗੇ ਕੁਝ ਹੋਰ ਵੀ ਹੈ, ਨਬੀ ਕੀ ਕਹਿੰਦੇ ਨੇ, ਆਓ ਚੱਲਦੇ ਹਾਂ ਅੱਗੇ ਪੜ੍ਹੀਏ। ਕੀ ਤੁਹਾਨੂੰ ਇਸ ਦਾ ਪਤਾ ਹੈ? ਅਤੇ ਬਾਹਰ ਆਈ ਤੇ ਉਸਨੇ ਅਬਰਾਹਮ ਦੇ ਕੋਲ ਇਨਕਾਰ ਕੀਤਾ। ਉਹ ਬਾਂਹ ਰੱਖ ਕੇ ਹੱਸੀ। ਕਹਿਣ ਦਾ ਭਾਵ ਕਿ ਉਹ ਆਪਣੇ ਆਪ ਵਿੱਚ ਹੱਸੀ। ਹੋ ਸਕਦਾ ਹੈ ਕਿ ਉਹਦਾ ਹਾਸਾ ਬੁੱਲਾਂ ਉੱਤੇ ਨਾ ਆਇਆ ਹੋਵੇ, ਪਰ ਹੋ ਸਕਦਾ ਹੈ ਕਿ ਜਿਹੜੀ ਸਾਇਰਾ ਆਪਣੇ ਤੰਬੂ ਵਿੱਚ ਹੱਸੀ ਸੀਗੀ, ਉਹਦਾ ਹਾਸਾ ਜਿਹੜਾ ਆ ਉਹ ਖਿੜ ਕੇ ਨਾ ਹੱਸੀ ਹੋਵੇ। ਹੋ ਸਕਦਾ ਕਿ ਉਹਦੇ ਬੁੱਲਾਂ ਤੱਕ ਹਾਸਾ ਨਾ ਆਇਆ ਹੋਵੇ। ਨਬੀ ਨੇ ਆਖਿਆ ਕਿ ਹੋ ਸਕਦਾ ਕਿ ਉਹ ਆਪਣੇ ਮਨ ਵਿੱਚ ਹੀ ਹੱਸੀ ਹੋਵੇ, ਪਰ ਹੈ ਕੌਣ ਸੀ ਉੱਥੇ? ਮਨਾਂ ਦੇ ਵਿਚਾਰਾਂ ਨੂੰ, ਗੁਰਦਿਆਂ ਨੂੰ ਜਾਂਚ ਲੈਣ ਵਾਲਾ। ਪਿੱਛੇ ਜੇ ਕੀਤਾ ਹੈ ਪ੍ਰਚਾਰ, ਵਚਨ, ਓਨਲੀ ਵਚਨ, ਕੋਈ ਮਨੁੱਖ ਨਹੀਂ। ਵਚਨ ਦਿਲ ਦੇ ਵਿਚਾਰਾਂ ਨੂੰ ਕਦੇ ਨਾ ਕਦੇ ਸਾਹਮਣੇ ਲੈ ਆਉਂਦਾ ਹੈ, ਤੇ ਆਦਮੀ ਸੋਚਦਾ ਕਿ ਹੈ ਇਹ ਕਿੱਦਾਂ ਪਤਾ ਲੱਗ ਗਿਆ, ਇਹ ਕਿੰਨੇ ਦੱਸਿਆ ਹੈ? ਇੱਥੇ ਵੀ ਕਈ ਗਵਾਹ ਹਨ ਇਹਨਾਂ ਗੱਲਾਂ ਦੇ। ਹਾਲੇਲੂਇਆ, ਆਮੀਨ। ਇਸ ਲਈ ਪਿਆਰਿਓ, ਇਹ ਵਚਨ ਹੈ ਜਿਹੜਾ ਸੋਚਿਆ ਹੁੰਦਾ ਮਨ ਦੇ ਵਿੱਚ, ਤੇ ਵਚਨ ਉਹਨਾਂ ਸੋਚਾਂ ਦੇ ਉੱਪਰ ਕਦੇ ਨਾ ਕਦੇ ਆਣ ਕੇ ਟਿੱਪਣੀ ਕਰ ਦਿੰਦਾ ਆ। ਆਦਮੀ ਸੋਚਦਾ, ਇਹ ਤਾਂ ਮੈਂ ਸੋਚ ਰਿਹਾ ਸੀ, ਇਹ ਗੱਲ ਤੇ ਮੇਰੇ ਮਨ ਵਿੱਚ ਸੀ। ਹਾਂਜੀ ਪੜ੍ਹੀਏ। ਹੋ ਸਕਦਾ ਕਿ ਉਹ ਆਪਣੇ ਮਨ ਵਿੱਚ ਹੱਸੀ ਹੋਵੇ। ਹੋ ਸਕਦਾ ਹੈ ਕਿ ਉਹਦਾ ਹਾਸਾ ਬੁੱਲਾਂ ਤੱਕ ਨਾ ਆਇਆ ਹੋਵੇ, ਹਾਂਜੀ, ਪਰ ਉਹ ਆਪਣੇ ਦਿਲ ਵਿੱਚ ਹੀ ਹੱਸੀ। ਉਹ ਆਪਣੇ ਦਿਲ ਵਿੱਚ ਹੀ ਹੱਸੀ। ਪਰ ਬ੍ਰਹਨਨ ਸਾਰਾ ਦੇ ਹੱਸਣ ਦੀ ਨਕਲ ਕਰਦੇ ਹਨ। ਜੀ। ਮੈਂ ਇੱਕ ਬੁੱਢੀ ਜਨਾਨੀ ਜਿਸ ਦੀ ਉਮਰ 16 ਸਾਲ ਦੀ ਹੈ, ਹਾਂ 50 ਸਾਲ ਹੋ ਗਏ ਹਨ ਜੀ। ਕਿ ਮੈਨੂੰ ਮਹਾਵਾਰੀ ਨਹੀਂ ਆਈ, ਅਤੇ ਮੈਂ ਇਸ ਨਾਲ ਸਾਰੀ ਉਮਰ ਰਹੀ ਹਾਂ। 25 ਜਾਂ 30 ਸਾਲਾਂ ਤੋਂ ਹੁਣ ਅਸੀਂ ਤੀਵੀਂ ਆਦਮੀ ਵਾਲੇ ਰਿਸ਼ਤੇ ਵਾਂਗੂ ਨਹੀਂ ਰਹਿ ਰਹੇ ਹਾਂ। ਇਹ ਸਾਇਰਾ ਕਹਿ ਰਹੀ ਹੈ, ਆਪਣੇ ਮਨ ਵਿੱਚ ਵਿਚਾਰ ਕਰ ਰਹੀ ਹੈ ਕਿ ਇਹ ਬੱਚਾ ਪੈਦਾ ਕਰਨ ਦੀ ਗੱਲ ਕੀਤੀ ਗਈ ਹੈ, ਮਹਾਂਵਾਰੀ ਬੰਦ ਹੋ ਚੁੱਕੀ ਹੈ। ਠੀਕ ਹੈ ਭਾਈ, ਅਸੀਂ ਬਜ਼ੁਰਗ ਹੋ ਚੁੱਕੇ ਹਾਂ, ਹੁਣ ਤਾਂ ਅਸੀਂ ਜਿੱਦਾਂ ਕਿ ਵਿਆਹਿਤ ਜੀਵਨ ਬਤੀਤ ਕੀਤਾ ਜਾਂਦਾ ਹੈ, ਅਸੀਂ ਉਸ ਤਰੀਕੇ ਨਾਲ ਜੀਵਨ ਵੀ ਬਤੀਤ ਨਹੀਂ ਕਰ ਰਹੇ ਹਾਂ। ਪੜ੍ਹੀਏ। ਅਤੇ ਇਹ ਕਹਿੰਦਾ ਹੈ ਕਿ ਮੈਂ ਆਪਣੇ ਮਾਲਿਕ ਦੇ ਨਾਲ ਆਨੰਦ ਭੋਗਾਂਗੀ। ਇਹ ਕਹਿੰਦਾ ਹੈ ਕਿ ਤੂੰ ਆਪਣੇ ਪਤੀ ਨਾਲ ਆਨੰਦ ਮਾਣੇਗੀ। ਹਾਂਜੀ। ਅਬਰਾਹਮ ਆਪਣੇ ਪਤੀ ਨਾਲ, ਤੁਹਾਨੂੰ ਸਾਰਿਆਂ ਨੂੰ ਉਸ ਵਰਗੀਆਂ ਪਤਨੀਆਂ ਬਣਨਾ ਚਾਹੀਦਾ ਹੈ। ਜੀ। ਪੌਲਸ ਨੇ ਵੀ ਇਹੋ ਹੀ ਗੱਲ ਕਹੀ, ਆਪਣੇ ਪਤਨੀਆਂ ਨੂੰ ਇੰਨਾ ਪਿਆਰ ਕਰੋ। ਮਿਹਰਬਾਨੀ। ਹਾਂਜੀ ਪੜ੍ਹ ਦਿਓ, ਕਲੀਅਰ ਕਰ ਦਿਓ। ਦੋਗਲਾ ਪਿਆਰ ਨਾ ਕਰੋ। ਆਪਣੇ ਪਤੀਆਂ ਨਾਲ ਦੋਗਲਾ ਪਿਆਰ ਨਾ ਕਰੋ। ਅੱਛਾ, ਅਸੀਂ ਆਪਣੇ ਮੇਨ ਟੌਪਿਕ ਦੇ ਉੱਤੇ ਆ ਜਾਈਏ ਕਿ ਜੋ ਖੁਦਾ ਨੇ ਵਾਅਦਾ ਕੀਤਾ ਸੀ, ਸਾਇਰਾ ਉਸ ਵਾਅਦੇ ਉੱਤੇ ਹੱਸੀ, ਉਹਨੇ ਉਸ ਵਾਅਦੇ ਉੱਤੇ ਬੇਪਰਤੀਤੀ ਕੀਤੀ, ਉਹਨੇ ਉਸ ਵਾਅਦੇ ਉੱਤੇ ਤਰਕ ਕੀਤੇ। ਇਹ ਤਰਕ ਸੀ ਕਿ ਮਹਾਮਾਰੀ ਵੀ ਬੰਦ ਹੋ ਚੁੱਕੀ ਹੈ, ਕਿ ਉਹ ਇਹ ਵਿਸ਼ਵਾਸ ਨਹੀਂ ਸੀ ਕਰ ਸਕਦੀ ਖੁਦਾ ਲਈ ਕੁਝ ਵੀ ਕਰਨਾ ਮੁਸ਼ਕਲ ਨਹੀਂ ਹੈ। ਹਾਲੇਲੂਇਆ, ਆਮੀਨ। ਅੱਜ ਵੀ ਪਿਆਰਿਓ ਇਦਾਂ ਦੇ ਕਈ ਤਰਕ ਕਰਨ ਵਾਲੇ ਹੋ ਸਕਦੇ ਨੇ,
ਅੱਛਾ, ਉਹੀ ਸ਼ਕਤੀ ਜਿਹੜੀ ਪੈਂਤੀਕੋਸਤ ਵਾਲੇ ਚੇਲਿਆਂ ਨੂੰ ਮਿਲੀ ਸੀ, ਉਹੀ ਪਵਿੱਤਰ ਆਤਮਾ ਉਹਦੇ ਨਾਲੋਂ ਵੀ ਡਬਲ ਪੋਰਸ਼ਨ ਸਾਨੂੰ ਮਿਲੇਗਾ? ਹੋ ਸਕਦਾ ਕਈ ਸ਼ੱਕ ਕਰਦੇ ਹੋ ਸਕਦਾ ਹੈ ਮੈਨੂੰ ਮਿਲੇਗਾ, ਇਹ ਐਸੇ ਇਨਸਾਨ ਨੂੰ। ਹੋ ਸਕਦਾ ਹੈ ਕਿ ਅਸੀਂ ਬੇਪ੍ਰਤੀਤੀ ਕਰਦੇ ਹੋਈਏ, ਉਹਦਾ ਮਜ਼ਾਕ ਉਡਾਉਂਦੇ ਹੋਈਏ। ਸਮਝਾ ਰਹੀ ਹੈ ਭਾਈ? ਪਰ ਜੋ ਖੁਦਾ ਨੇ ਆਖਿਆ ਹੈ ਉਹ ਹੋ ਕੇ ਰਹਿਣਾ ਹੈ, ਹੋ ਕੇ ਰਵੇਗਾ। ਆਮੀਨ। ਧਿਆਨ ਨਾਲ ਸੁਣਿਓ, ਅਗਰ ਬੇਪ੍ਰਤੀਤੀ ਦਾ ਕਿਤੇ ਅੰਸ਼ ਹੈ ਤੇ ਇਹਨੂੰ ਆਪਣੇ ਵਿੱਚੋਂ ਦੂਰ ਕਰੋ, ਬਾਹਰ ਕਰੋ। ਇਹ ਖੁਦਾ ਦਾ ਵਾਅਦਾ ਹੈ, ਜੋ ਖੁਦਾ ਦਾ ਵਾਅਦਾ ਹੈ ਭਾਵੇਂ ਦੇਰ ਬਾਅਦ ਪੂਰਾ ਹੋਵੇ, ਇਹ ਪੂਰਾ ਹੋ ਕੇ ਰਵੇਗਾ। ਭਾਵੇਂ ਪੀੜੀ ਬੀਤ ਜਾਏ, ਪਰ ਵਾਅਦਾ ਪੂਰਾ ਹੋ ਕੇ ਰਵੇਗਾ। ਹਾਲੇਲੂਇਆ। ਪਿਆਰਿਓ, ਮੈਂ ਜੀਂਦੇ ਜੀ ਉਠਾਏ ਜਾਣ ਤੇ ਵਿਸ਼ਵਾਸ ਰੱਖਦਾ ਹਾਂ ਕਿ ਰੈਪਚਰ ਹੋਵੇਗਾ, ਇੱਕ ਬੇਦਾਰੀ ਆਵੇਗੀ, ਇੱਕ ਬੜੀ ਹਲਚਲ ਹੋਵੇਗੀ। ਯਹੋਵਾ ਇੰਜ ਫਰਮਾਉਣ ਵਾਲਾ ਵਚਨ ਬੋਲਿਆ ਜਾਏਗਾ। ਪਿਆਰਿਓ, ਜੇ ਇਹ ਮੇਰੇ ਜਿਉਂਦੇ ਜੀ ਨਾ ਹੋ ਪਾਇਆ ਤੇ ਭਾਵੇਂ ਮੈਂ ਧਰਤੀ ਤੋਂ ਚਲਾ ਜਾਵਾਂ, ਅਗਲੀ ਪੀੜ੍ਹੀ ਆ ਜਾਵੇ, ਪਰ ਇਹ ਵਚਨ ਪੂਰਾ ਹੋ ਕੇ ਰਵੇਗਾ। ਆਮੀਨ। ਇਹ ਵਾਅਦਾ ਪੂਰਾ ਹੋ ਕੇ ਰਵੇਗਾ। ਅਬਰਾਹਮ ਨਾਲ ਕੀਤਾ ਹੋਇਆ ਵਾਅਦਾ, 1 ਸਾਲ ਬੀਤ ਗਿਆ, 2 ਸਾਲ ਬੀਤ ਗਏ, 3 ਸਾਲ ਬੀਤ ਗਏ, 4 ਸਾਲ ਬੀਤ ਗਏ, 5 ਸਾਲ ਬੀਤ ਗਏ, ਔਰ ਸਮਾਂ ਇਦਾਂ ਦਾ ਆ ਗਿਆ ਕਿ ਅਵਸਥਾ ਇਦਾਂ ਦੀ ਹੋ ਗਈ ਕਿ ਬੱਚੇ ਨੂੰ ਜਨਮ ਦੇਣ ਦੇ ਸਮਰਥ ਨਹੀਂ ਰਹੇ। ਮਹਾਮਾਰੀ ਬੰਦ ਹੋ ਗਈ, ਆਸ ਜਾਂਦੀ ਰਹੀ ਭਈ ਹੁਣ ਤਾਂ ਕੋਈ ਹੱਲ ਹੈ ਨਹੀਂ। ਪਰ ਪਿਆਰਿਓ, ਉਸ ਸਮੇਂ ਦੇ ਵਿੱਚ ਖੜਦਾ ਆ ਜਦ ਇਨਸਾਨ ਸੋਚਦਾ ਕਿ ਹੁਣ ਬਸ ਹੋ ਗਈ। ਫਿਰ ਉਹ ਆਣ ਕੇ ਕਹਿੰਦਾ ਕਿ ਨਹੀਂ 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 ਸਾਇਰਾ, ਮੈਂ ਅਜੇ ਵੀ ਹੈਗਾ ਆ। ਹਾਲੇਲੂਇਆ। ਨਹੀਂ 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 ਅਬਰਾਹਮ, ਮੈਂ ਅਜੇ ਵੀ ਹੈਗਾ ਆ। ਸਦਰਕ ਮੇਸ਼ਕ ਅਬਦਨਗੋ, ਯਾਦ ਕਰੋ, ਭਾਵੇਂ ਤੁਸੀਂ ਬੰਨੇ ਗਏ, ਤੁਸੀਂ ਸੋਚਿਆ ਹੋਵੇਗਾ ਕਿ ਸਾਨੂੰ ਉਹ ਸਾਡੇ ਰੱਸੇ ਤੋੜ ਦੇਵੇਗਾ, ਪਰ ਰੱਸੇ ਨਹੀਂ ਟੁੱਟੇ। ਉਹ ਜਿਹੜੇ ਬੰਨ ਕੇ ਲੈ ਕੇ ਜਾ ਰਹੇ ਨੇ, ਉਹ ਉਹਨਾਂ ਨੂੰ ਅੰਨੇ ਕਰ ਦੇਵੇਗਾ ਤਾਂ ਕਿ ਅਸੀਂ ਉਹਨਾਂ ਦੇ ਹੱਥ ਨਾ ਆ ਸਕੀਏ। ਪਰ ਏਦਾਂ ਨਹੀਂ ਹੋਇਆ। ਉਹ ਸੋਚਦੇ ਹੋਵੇਗੇ ਜਦੋਂ ਅੱਗ ਦੀ ਭੱਠੀ ਵੱਲ ਸਾਨੂੰ ਲੈ ਕੇ ਜਾਣਗੇ ਤੇ ਉਹ ਰਾਹ ਭੁੱਲ ਜਾਣਗੇ, ਖੁਦਾ ਅੱਗ ਨੂੰ ਬੁਝਾ ਦੇਵੇਗਾ, ਪਰ ਏਦਾਂ ਦਾ ਕੁਝ ਨਹੀਂ ਹੋਇਆ। ਉਹ ਭੱਠੀ ਨੂੰ ਤੋੜ ਦੇਵੇਗਾ, ਪਰ ਏਦਾਂ ਦਾ ਕੁਝ ਨਹੀਂ ਹੋਇਆ। ਹਾਂ ਪਿਆਰਿਓ, ਉਹ ਅੱਗ ਦੀ ਭੱਠੀ ਵਿੱਚ ਚਲੇ ਗਏ ਤੇ ਖੁਦਾ ਬਲਦੀ ਹੋਈ ਭੱਠੀ ਦੇ ਅੰਦਰ ਚਲਾ ਗਿਆ। ਹਾਲੇਲੂਇਆ। ਆਮੀਨ। ਇਸ ਲਈ ਮੇਰੀਓ ਭੈਣੋ, ਮੇਰੇ ਭਰਾਓ, ਬੜੇ ਮੈਂ ਵਿਸਤਾਰ ਨਾਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਵਿਸ਼ਾ ਬਹੁਤ ਅਹਿਮ ਹੈ ਔਰ ਮੇਰੇ ਤੇ ਤੁਹਾਡੇ ਲਈ ਬਹੁਤ ਆਇਤ ਵਿੱਚ ਲੋੜੀਂਦਾ ਹੈ। ਆਮੀਨ। ਉਹਦਾ ਮਜ਼ਾਕ ਨਾ ਉਡਾਇਆ ਜਾਏ, ਉਹਦੇ ਵਾਅਦੇ ਕੀਤੇ ਉਤੇ ਬੇਪ੍ਰਤੀਤੀ ਨਾ ਕੀਤੀ ਜਾਏ। ਹਾਲੇਲੂਇਆ। ਜਦ ਭਾਈ ਸੈਂਡੀ ਕੇ ਖੁਦਾ ਨੇ ਬਲੈਸਿੰਗ ਦਿੱਤੀ, ਹਰ ਬਜ਼ੁਰਗ ਕਹਿੰਦੇ ਸੀ ਜੇ, ਕਿਉਂਕਿ ਇੱਕ ਯਹੋਵਾ ਇੰਜ ਫਰਮਾਉਣ ਵਾਲੇ ਵਚਨ ਦੀ ਤਰ੍ਹਾਂ ਇਹ ਵਚਨ ਨਿਕਲਿਆ ਸੀ। ਬਜ਼ੁਰਗ ਕਹਿੰਦੇ ਜੇ ਖੁਦਾ ਨੇ ਇਹਨਾਂ ਦੀ ਕੁੱਖ ਹਰੀ ਕਰ ਦਿੱਤੀ ਤੇ ਬੜੇ ਲੋਕ ਵਿਸ਼ਵਾਸ ਕਰਨਗੇ। ਪਿੰਡ ਵਿੱਚ ਇਹ ਹੋ ਜੂ, ਜੇ ਹੋ ਜੂ। ਉਹਨਾਂ ਦੇ ਆਪਣੇ ਜੀਵਨ ਵਿੱਚ ਹੀ ਕੁਝ ਨਹੀਂ ਹੋਇਆ। ਮੈਂ ਕਿਹਾ ਜੇ ਕਹਿ ਰਹੇ ਹੋ ਖੁਦਾ ਨੇ ਕਰਤਾ ਦਿੱਤਾ ਹੈ, ਕਹਿੰਦੇ ਸੌਰੀ, ਮੇਰੇ ਮੂੰਹ ਵਿੱਚੋਂ ਜੇ ਨਿਕਲ ਆਇਆ। ਵਿਸ਼ਵਾਸ ਕਰਨ ਵਾਲੇ ਵਾਸਤੇ ਸਭ ਕੁਝ ਹੋ ਸਕਦਾ ਆ। ਹਾਲੇਲੂਇਆ। ਆਮੀਨ। ਇਸ ਲਈ ਮੇਰੀਓ ਭੈਣੋ, ਮੇਰੇ ਭਰਾਓ,
ਇਸ ਤੋਂ ਪਹਿਲੇ ਕਿ ਖੁਦਾ ਅਬਰਾਹਮ ਨਾਲ ਇਹ ਵਾਅਦਾ ਪੂਰਾ ਕਰਦਾ, ਉਸ ਸਮੇਂ ਅਸੀਂ ਪਹਿਲਾਂ ਦੇਖਿਆ ਕਿ ਉਹ ਅਬਰਾਹਮ ਵਾਅਦਾ ਪੂਰਾ ਕਰਨ ਤੋਂ ਪਹਿਲਾਂ ਉਹ ਅਬਰਾਹਮ ਨਹੀਂ ਸੀ। ਕੀ ਸੀ ਉਹ? ਅਬਰਾਮ। ਉਦੋਂ ਸਾਰਾ ਨਹੀਂ ਸੀ। ਕੀ ਸੀ ਉਹ? ਸਾਇਰੀ। ਉਹਨਾਂ ਦੇ ਨਾਮ ਚੇਂਜ ਕਰਨ ਦਾ ਮਤਲਬ ਇਹ ਹੈ ਕਿ ਵਾਅਦੇ ਨੂੰ ਲੈਣ ਦੇ ਲਈ ਮੇਰੇ ਤੇ ਤੁਹਾਡੇ ਜੀਵਨ ਦੇ ਵਿੱਚ ਬਦਲਾਵ ਹੋਣਾ ਬੜਾ ਜ਼ਰੂਰੀ ਹੈ। ਉਹਨਾਂ ਦੇ ਨਾਮ ਕਿੰਨੇ ਚੇਂਜ ਕੀਤੇ? ਖੁਦਾ ਨੇ। ਤੇ ਮੇਰੇ ਤੇ ਤੁਹਾਡੇ ਜੀਵਨਾਂ ਨੂੰ ਚੇਂਜ ਕੌਣ ਕਰੇਗਾ? ਖੁਦਾ। ਹਾਲੇਲੂਇਆ। ਬੋਲੇ ਹੋਏ ਵਚਨ ਦੇ ਦੁਆਰਾ ਅੱਜ ਜੀਵਨਾਂ ਨੂੰ ਚੇਂਜ ਕਰਨ ਦਾ ਇਹ ਪਲਾਨ ਹੀ ਤਾਂ ਚੱਲ ਰਿਹਾ ਹੈ ਕਿ ਤੁਸੀਂ ਬਦਲ ਜਾਓ, ਸਾਡਾ ਜੀਵਨ ਬਦਲ ਜਾਏ, ਸਾਡਾ ਦੇਖਣਾ ਬਦਲ ਜਾਏ, ਸਾਡਾ ਸੁਣਨਾ ਬਦਲ ਜਾਏ, ਸਾਡਾ ਚੱਲਣਾ ਬਦਲ ਜਾਏ, ਸਾਡਾ ਖਾਣਾ ਬਦਲ ਜਾਏ, ਸਾਡਾ ਵਿਵਹਾਰ ਬਦਲ ਜਾਏ। ਅਸੀਂ ਉਹ ਨਾ ਹੋਈਏ ਜੋ ਸੰਸਾਰ, ਲੇਕਿਨ ਅਸੀਂ ਸੰਸਾਰ ਨਾਲੋਂ ਕੁਛ ਵੱਖਰੇ ਹੋਈਏ। ਕਿੰਨੇ ਮੇਰੇ ਨਾਲ ਨੇ? ਆਮੀਨ। ਇਹ ਬਦਲਾਅ ਵੀ ਤਾਂ ਚੱਲ ਰਿਹਾ ਹੈ। ਜਦੋਂ ਪਿਆਰਿਓ ਸਾਡੇ ਅੰਦਰ ਚੇਂਜਿੰਗ ਆ ਜਾਵੇਗੀ, ਅਸੀਂ ਬਦਲ ਜਾਵਾਂਗੇ, ਜਿਵੇਂ ਉਹਨਾਂ ਦੇ ਨਾਮ ਬਦਲ ਗਏ, ਬਰਕਤ ਆ ਗਈ, ਵਾਅਦਾ ਪੂਰਾ ਹੋ ਗਿਆ। ਜਦੋਂ ਅਸੀਂ ਬਦਲ ਜਾਵਾਂਗੇ, ਵਾਅਦਾ ਪੂਰਾ ਹੋ ਜਾਵੇਗਾ। ਆਮੀਨ। ਇੱਕ ਦੋ ਗੱਲ ਮੈਂ ਹੋਰ ਦੱਸ ਦੇਵਾਂ। ਇੱਕ ਦਿਨ ਖੁਦਾ ਇੱਕ ਜਾਜਕ ਬਣ ਕੇ ਸ਼ਲੋਮ ਦਾ ਰਾਜਾ ਇੱਕ ਜਾਜਕ ਬਣ ਕੇ ਅਬਰਾਹਮ ਨੂੰ ਆ ਕੇ ਮਿਲਿਆ। ਜਦੋਂ ਜਾਜਕ ਬਣ ਕੇ ਮਿਲਿਆ ਤੇ ਅਬਰਾਹਮ ਨੂੰ ਪਹਿਚਾਨ ਗਿਆ। ਆਮੀਨ। ਤੇ ਉਹ ਐਵੇਂ ਨਹੀਂ ਮਿਲਿਆ। ਜਾਜਕ ਕੀ ਲੈ ਕੇ ਆਇਆ ਭਈ? ਉਹਦੇ ਕੋਲੋਂ ਪ੍ਰਭੂ ਭੋਜ ਲੈ ਕੇ ਆਇਆ। ਕਿੰਨੇ ਮੇਰੇ ਨਾਲ ਨੇ? ਆਮੀਨ। ਹਾਲੇਲੂਇਆ। ਉਹ ਪ੍ਰਭੂ ਭੋਜ ਲੈ ਕੇ ਆਇਆ ਤੇ ਅਬਰਾਹਮ ਨੇ ਕੀ ਦਿੱਤਾ? ਉਹਨੂੰ ਆਪਣਾ ਦਸਵੰਸ ਦਿੱਤਾ ਹੈ। ਇਸ ਤੋਂ ਪਹਿਲੇ ਵਾਅਦਾ ਪੂਰਾ ਹੋਵੇ, ਇਹ ਕੰਮ ਹੋਣਾ ਚਾਹੀਦਾ ਹੈ। ਪੜ੍ਹਨਾ ਚਾਹੁੰਦੇ ਹੋ ਤੇ ਪੜ੍ਹ ਲਓ। ਉਤਪਤ 14:18 ਤੋਂ 20। ਜਿਹਨੂੰ ਮਿਲੇ ਕਿਰਪਾ ਜਲਦੀ ਪੜ੍ਹ ਦਈਏ ਤਾਂ ਕਿ ਮੈਂ ਆਪਣੇ ਵਿਸ਼ੇ ਨੂੰ ਕੰਪਲੀਟ ਕਰ ਸਕਾਂ। ਤਦ ਮਲਕੀ ਸਿਦਕ ਸ਼ਲੇਮ ਦਾ ਰਾਜਾ ਰੋਟੀ ਅਰ ਮਦ ਲੈ ਕੇ ਆਇਆ। ਉਹ ਅਤ ਮਹਾਨ ਖੁਦਾ ਦਾ ਜਾਜਕ ਸੀ। ਤਾਂ ਉਸ ਨੇ ਇਹ ਆ ਕੇ ਉਸ ਨੂੰ ਅਸੀਸ ਦਿੱਤੀ ਕਿ ਅਤ ਮਹਾਨ ਖੁਦਾ ਆਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਹਮ ਮੁਬਾਰਕ ਹੋਵੇ ਜੀ। ਅਤੇ ਮੁਬਾਰਕ ਹੈ ਆਤਮਾਨ ਖੁਦਾ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵਾਸ ਵਿੱਚ ਕਰ ਦਿੱਤਾ ਜੀ। ਤਾਂ ਉਸ ਨੇ ਉਹਨੂੰ ਸਭ ਕਾਸੇ ਦਾ ਦਸਵੰਧ ਦਿੱਤਾ। ਆਮੀਨ। ਹਾਲੇਲੂਇਆ। ਹਾਲੇਲੂਇਆ। ਖੁਦਾ ਪਹਿਲਾਂ ਮਿਲੂਗਾ, ਸਮੇਂ ਸਿਰ ਮਿਲੇਗਾ ਤੇ ਅਬਰਾਹਮ ਦੀ ਅੰਸ਼ ਪਹਿਲਾਂ ਅਬਰਾਹਮ ਦੇ ਵਿਵਹਾਰ ਵੇਖੇਗਾ ਤੇ ਉਸ ਤੋਂ ਬਾਅਦ ਵਿੱਚ ਅਬਰਾਹਮ ਦੇ ਅੰਸ਼ ਦੇ ਵਿਵਹਾਰਾਂ ਨੂੰ ਵੀ ਵੇਖੇਗਾ। ਵਿਵਹਾਰਾਂ ਨੂੰ ਦੇਖਣ ਤੋਂ ਬਾਅਦ ਉਹਦੀ ਆਗਿਆਕਾਰੀ, ਉਹਦਾ ਚਾਲ ਚੱਲਣ, ਉਹਦੀ ਇਮਾਨਦਾਰੀ, ਇਹ ਸਾਰਾ ਕੁਝ ਵੇਖਣ ਤੋਂ ਬਾਅਦ ਚ ਆਪਣੇ ਉਹ ਵਾਅਦੇ ਨੂੰ ਪੂਰਾ ਕਰ ਦੇਵੇਗਾ। ਆਮੀਨ ਆ ਭਾਈ। ਉਹਨੇ ਐਡਾ ਵੱਡੀ ਬਲੈਸਿੰਗ ਦੇਣੀ ਆ ਭਾਈ, ਉਹ ਬਿਨ ਭਰੋਸੇ ਨਹੀਂ ਦੇਵੇਗਾ। ਧਿਆਨ ਚ ਰੱਖਿਓ, ਉਹ ਬਿਨ ਇਮਾਨਦਾਰੀ ਨਹੀਂ ਦੇਵੇਗਾ। ਪਹਿਲਾਂ ਉਹ ਮੇਰੀ ਤੇ ਤੁਹਾਡੀ ਕੀ ਦੇਖੇਗਾ ਭਾਈ? ਇਮਾਨਦਾਰੀ ਦੇਖੇਗਾ। ਹਾਲੇਲੂਇਆ। ਅਸੀਂ ਉਹਦੇ ਵਚਨ ਨਾਲ ਇਮਾਨਦਾਰ ਹਾਂ। ਠੀਕ ਹੈ, ਗੌਰ ਕਰਿਓ, ਸੱਚ ਕਹਿ ਰਿਹਾ। ਪੜ੍ਹੀਏ ਅੱਗੇ ਕੀ ਲਿਖਿਆ। ਉਹਨੇ ਆਪਣੀਆਂ ਚੀਜ਼ਾਂ ਦਾ ਦਸਵੰਧ ਦਿੱਤਾ ਹੈ, ਸਾਰੀਆਂ ਵਸਤੂਆਂ ਦਾ ਦਸਵੰਧ ਦਿੱਤਾ ਹੈ। ਅਤੇ ਸਦੋਮ ਦੇ ਰਾਜਾ ਨੇ ਅਬਰਾਹਮ ਨੂੰ ਆਖਿਆ, ਇਹਨਾਂ ਜੀਵਾਂ ਨੂੰ ਮੈਨੂੰ ਦੇ, ਪਰ ਮਾਲ ਧਨ ਆਪ ਰੱਖ ਲੈ। ਚਲੋ ਖੈਰ, ਖੁਦਾ ਬਰਕਤ ਦੇਵੇ। ਇਹ ਵਾਅਦਾ ਪੂਰਾ ਹੋਣ ਤੋਂ ਪਹਿਲਾਂ
ਜਦ ਖੁਦਾ ਇੱਕ ਜਾਜਕ ਬਣ ਕੇ ਅਬਰਾਹਮ ਨੂੰ ਮਿਲਿਆ ਆ, ਉਹਦੇ ਵਾਸਤੇ ਕੁਝ ਲੈ ਕੇ ਗਿਆ ਆ। ਧਿਆਨ ਚ ਰੱਖਿਓ, वचन एक रोटी है और दाखरस ये वचन है जिन्हों असी प्रभु पोस कहने हैं। रोटी एक वचन है ते दाखरस एक पवित्र आत्मा का सरूर है। आवांगे वचन दे विचों इन्हां चीज़ां नूं साबित करन दे वास्ते। ਉਹਨੂੰ ਇਹ ਦੋ ਚੀਜ਼ਾਂ ਪ੍ਰਦਾਨ ਕੀਤੀਆਂ ਗਈਆਂ ਤੇ ਉਸਨੇ ਆਪਣੀਆਂ ਸਾਰੀਆਂ ਵਸਤੂਆਂ ਦਾ ਕੀ ਦਿੱਤਾ ਭਾਈ? ਦਸਵਾਂਸ ਦਿੱਤਾ ਹੈ। ਅੱਗੇ ਚੱਲਦੇ ਹਾਂ। ਪਹਿਲਾਂ ਤਾਂ ਆਪਣੀਆਂ ਵਸਤੂਆਂ ਦੇ ਵਿੱਚ ਅਬਰਾਹਮ ਈਮਾਨਦਾਰ ਪਾਇਆ ਗਿਆ। ਕੀ ਪਾਇਆ ਗਿਆ ਭਾਈ? ਈਮਾਨਦਾਰ ਪਾਇਆ ਗਿਆ। ਉਹਨੂੰ ਪਹਿਚਾਣ ਗਿਆ ਭਾਵੇਂ ਉਹ ਜਾਜਕ ਬਣ ਕੇ ਆਇਆ। ਆਮੀਨ, समझ आई। और दूसरा नंबर उत्पत्त 18 ओदी 1 तो पढ़ दियो कोई भी जान। नंबर दूसरा हाँ जी। फिर यहोवा ने दूसरी बारी ओनू ममले दे बलूतां दे विच जाके दर्शन दिता। पढ़िए, जाओ दिन दे समय धुप दे समय और रुखां दी छां दे हेठ बैठा होया सी अब्राहम। ओने अपनियां अखां चुक के वेख्या। हाँ जी, तीन मनुख ओदे सामने खड़े सीगे। ओना आदमियां नूं वेखदियां ही ओ तंबू विचों बाहर ओनां नूं मिलण वास्ते निकलिया। आमीन, हालेलुया। किन्ने मनुख आ रहे ने भाई? 3 मनुख उन्होंने मिलने वास्ते निकल तुरे। ध्यान नाल सुनियो, निकलिया ही नहीं। जदों बाहर निकलिया, आमीन, कई लोग आउंदे ने ते जांदे ने, कदे भी अही इन्हां गौर नहीं करते। प्यारिओ, जदों सानू ये लगे कि साडा कोई सज्जन आ रहा है तो जरूर तुसी मुड़ के उहदे लई चौकस होवोगे। किन्ने मेरे नाल ने? जरूर थोड़ा गौर नाल वेखोगे तो जरूर फिर उहनूं मिलण दे लई खड़े होवोगे। किन्ने मेरे नाल ने? जद तुहानूं ये पता लगे कि साडा कोई सज्जन आ रहा है, साडा कोई रिश्तेदार आ रहा है। किन्ने समझ रह पा रहे ने? हालेलुया। ओदा आउण जाण वाले दे कई ने। एदा मतलब एक बार फिर पढ़ियो, उन्हें 3 मनुख अपने वालों आउंदे वेखे। हाँ जी, उन्हां नूं वेखदियां ही उन्हां नूं मिलण वास्ते अंदरों बाहर नस्या। दा मतलब कि ये जान गया कि कुछ जान पहचानिया, ये मेरे कुछ खास ने। इन्नी मिलन दी ओदे अंदर इच्छा जागी, इन्नी ओदे मिलन दे लई अंदरों ओदे चाह ओनू चढ़िया। आमीन। ते नठ के गया अगरवांडी उन्हां नूं मिलन दे लई। और जदों मिलिया ते बाइबल च लिखिया ओ उन्हां दे अगे धरती तीक झुक गया। हंबल हो जाना, इस सिर झुकाना नहीं है, हंबल हो जाना। उस इंसान दे अगे जिन्हों तुसीं पहचान जाओ कि इस इंसान ही नहीं है, इस इंसान दे अंदर ते कुछ होर छुपिया होया है। झुक जाना, आज्ञाकारी वाला जीवन, हंबलताई वाला जीवन। हाँ जी, पढ़िए। जमीन तक चुकिया, उन्हें आख्या, हे प्रभु, हालेलुया, हालेलुया। प्रभु जे मेरे उत्ते तेरी कृपा दी निगाह हुई है।
ਪੂਰਾ ਪਿੰਡ ਵਸਦਾ ਆ, ਪੂਰਾ ਪਿੰਡ ਵਸਦਾ ਆ, ਗਲੀ ਮਹੱਲੇ ਵਾਲੇ ਨੇ, ਪਰ ਇਹ ਸੰਦੇਸ਼ ਕਿਸੇ ਦੇ ਵੀ ਸਮਝ ਵਿੱਚ ਨਹੀਂ ਆਇਆ। ਜੇ ਇਹ ਤੇਰੀ ਮੇਰੇ ਉਤੇ ਕਿਰਪਾ ਹੋਈ ਹੈ। ਆਮੀਨ। ਓਹੋ, ਇਹਨੇ ਮਹਾਨ ਸੰਦੇਸ਼ ਲੋਕ ਕਿਵੇਂ ਇਹਨੂੰ ਠੁਕਰਾ ਰਹੇ ਨੇ। ਪ੍ਰਭੂ ਮੈਂ ਨਹੀਂ ਠੁਕਰਾ ਪਾਇਆ, ਮੇਰੇ ਉੱਤੇ ਤੇਰੀ ਕਿਰਪਾ ਹੋਈ ਹੈ। ਜੇ ਤੂੰ ਮੈਨੂੰ ਆਣ ਕੇ ਮਿਲਿਆ ਆ, ਜੇ ਤੂੰ ਖੁਦ ਚੱਲ ਕੇ ਮੈਨੂੰ ਮਿਲਣ ਦੇ ਲਈ ਆਇਆ, ਇਹ ਤੇਰੀ ਮਹਾਨ ਕਿਰਪਾ ਹੋਈ ਹੈ। ਪੜ੍ਹੀਏ। ਥੋੜਾ ਜਿਹਾ ਪਾਣੀ ਲਿਆ ਜਾਵੇ। ਜੇ ਪ੍ਰਭੂ ਤੇਰੀ ਮੇਰੇ ਉੱਤੇ ਕਿਰਪਾ ਹੋਈ ਹੈ ਤੇ ਮੇਰੇ ਕੋਲ ਚਲੇ ਨਾ ਜਾਣਾ, ਮੇਰੇ ਕੋਲ ਚਲੇ ਨਾ ਜਾਣਾ, ਥੋੜਾ ਜਿਹਾ ਪਾਣੀ ਲਿਆ ਥੋੜਾ ਪਾਣੀ ਲਿਆਂਦਾ ਜਾਏ ਤਾਂ ਕਿ ਤੁਸੀਂ ਆਪਣੇ ਚਰਨ ਧੋ ਕੇ, ਤਾਂ ਕਿ ਪੈਰ ਧੋਤੇ ਜਾਣ। ਮੈਂ ਥੋੜੀ ਜਿਹੀ ਰੋਟੀ ਵੀ ਲਿਆਉਂਦਾ, ਮੈਂ ਰੋਟੀ ਵੀ ਤਿਆਰ ਕਰਦਾ ਹਾਂ, ਸੋ ਆਪਣੇ ਮਨਾਂ ਨੂੰ ਤ੍ਰਿਪਤ ਕਰੋ, ਆਪਣੇ ਮਨਾਂ ਨੂੰ ਤ੍ਰਿਪਤ ਕਰੋ, ਫਿਰ ਤੁਸੀਂ ਅੱਗੇ ਲੱਗ ਜਾਇਓ, ਫਿਰ ਤੁਸੀਂ ਅੱਗੇ ਲੰਘ ਜਾਇਓ। ਹਾਲੇਲੂਇਆ। ਖਾਣੇ ਤੇ ਬੁਲਾਉਣਾ, ਨੰਬਰ 1 ਉਹਨੂੰ ਪਹਿਚਾਨ ਲੈਣਾ ਤੇ ਉਸ ਤੋਂ ਬਾਅਦ ਉਹਨੂੰ ਸਪੈਸ਼ਲ ਖਾਣੇ ਤੇ ਬੁਲਾਉਣਾ। ਬਿਨ ਪਹਿਚਾਨੇ ਤੁਸੀਂ ਕੁਝ ਨਹੀਂ ਕਰ ਸਕਦੇ। ਬਿਨਾ ਪਹਿਚਾਨੇ ਤੁਸੀਂ ਝੁਕ ਨਹੀਂ ਸਕਦੇ, ਬਿਨਾ ਪਹਿਚਾਨੇ ਹੰਬਲ ਹੋ ਨਹੀਂ ਸਕਦੇ, ਬਿਨਾ ਪਹਿਚਾਨੇ ਤੁਸੀਂ ਉਹਦਾ ਉਸ ਤਰੀਕੇ ਨਾਲ ਆਗਤ ਪਾਗਤ ਕਰ ਨਹੀਂ ਸਕਦੇ। ਪਿਆਰਿਓ, ਇਹ ਖੁਦਾ ਸੀ ਜੋ ਇੱਕ ਮਨੁੱਖੀ ਦੇਹ ਦੇ ਅੰਦਰ ਸੁੱਭ ਕੇ ਅਬਰਾਹਮ ਦੇ ਕੋਲ ਆਇਆ ਸੀ। ਖੁਦਾ ਨੂੰ ਭੁੱਖ ਨਹੀਂ ਲੱਗਦੀ, ਨਾ ਉਹ ਖਾਂਦਾ ਤੇ ਨਾ ਉਹ ਪੀਂਦਾ ਆ। ਖੁਦਾ ਤੇ ਇੱਕ ਆਤਮਾ ਆ। ਆਮੀਨ। ਪਰ ਪਿਆਰਿਓ, ਬਾਈਬਲ ਦੇ ਵਿੱਚ ਲਿਖਿਆ ਕਿ ਅਬਰਾਹਮ ਨੇ ਆਖਿਆ ਕਿ ਇੱਥੇ ਕੁਛ ਰੋਟੀ ਦਾ ਇੰਤਜ਼ਾਮ ਕੀਤਾ ਜਾਏ। ਪੜ੍ਹੀਏ ਕੀ ਲਿਖਿਆ। ਹਾਂਜੀ। ਤੁਸੀਂ ਆਪਣੇ ਚਰਨ ਧੋ ਕੇ ਰੁੱਖੇ ਠਹਿਰਾਮ ਕਰੋ। ਹਾਂਜੀ। ਮੈਂ ਥੋੜੀ ਜਿਹੀ ਰੋਟੀ ਵੀ ਲਿਆਉਂਦਾ, ਮੈਂ ਥੋੜੀ ਜਿਹੀ ਰੋਟੀ ਲਿਆਉਂਦਾ ਹਾਂ, ਸੋ ਆਪਣੇ ਮਨਾਂ ਨੂੰ ਤ੍ਰਿਪਤ ਆਪਣੇ ਮਨਾਂ ਨੂੰ ਤ੍ਰਿਪਤ ਕਰੋ, ਫਿਰ ਤੁਸੀਂ ਅੱਗੇ ਲੰਘ ਜਾਇਓ, ਫਿਰ ਤੁਸੀਂ ਅੱਗੇ ਲੱਗ ਜਾਇਓ। ਕਿਉਂਕਿ ਇਸੇ ਲਈ ਤੁਸੀਂ ਆਪਣੇ ਦਾਸ ਦੇ ਕੋਲ ਆਏ ਹੋ। ਇਸੇ ਲਈ ਤੁਸੀਂ ਆਪਣੇ ਦਾਸ ਦੇ ਕੋਲ ਆਏ ਹੋ। ਚਲੇ ਜਾਇਓ ਅੱਗੇ, ਪਰ ਥੋੜਾ ਦੇਖੋ ਪੈਰਾਂ ਤੇ ਕਿੰਨਾ ਇਕੱਠਾ ਪਿਆ ਹੋਇਆ, ਪੈਰ ਧੋਤੇ ਸਨ। ਦੇਖੋ ਥੱਕੇ ਹੋਏ ਹੋ, ਆਰਾਮ ਕੀਤਾ ਜਾਏ। ਕਿੰਨੇ ਮੇਰੇ ਨਾਲ ਨੇ? ਰੋਟੀ ਖਾਧੀ ਜਾਏ, ਫਿਰ ਤੁਸੀਂ ਅੱਗੇ ਲੰਘ ਜਾਇਓ। ਉਹ ਅੱਗੇ ਜਾਣ ਵਾਸਤੇ ਨਹੀਂ ਸੀ ਆਏ, ਓਏ ਅਬਰਾਹਮ ਤੇਰੇ ਕੋਲ ਹੀ ਆਏ ਸੀ। ਆਮੀਨਿਆ। ਹਾਲੇਲੂਇਆ। ਤਾਂ ਕਿ ਤੂੰ ਬਦਲ ਚੁੱਕਿਆ ਸੀ, ਤੂੰ ਚੇਂਜ ਹੋ ਚੁੱਕਿਆ ਸੀ। ਤੇਰੀ ਬਲੇਸਿੰਗ ਦੇ ਲਈ, ਤੇਰੀ ਪਤਨੀ ਦੀ ਕੁੱਖ ਨੂੰ ਖੋਲਣ ਦੇ ਲਈ। ਕਿੰਨੇ ਮੇਰੇ ਨਾਲ ਨੇ? ਤੈਨੂੰ ਇਹ ਸੰਦੇਸ਼ ਦੇਣ ਦੇ ਲਈ, ਤੇਰੇ ਨਾਲ ਉਹ ਵਾਅਦੇ ਨੂੰ ਪੂਰਾ ਕਰਨ ਦੇ ਲਈ, ਉਹ ਵਾਅਦਾ ਦੱਸਣ ਦੇ ਲਈ, ਇਸ ਯੁੱਗ ਦੇ ਨਬੀ ਦੇ ਬਾਰੇ ਦੱਸਣ ਦੇ ਲਈ ਉਹਦਾ ਆਉਣਾ ਇਸੇ ਲਈ ਸੀ। ਆਮੀਨ। ਹਾਲੇਲੂਇਆ। ਉਹ ਅੱਗੇ ਜਾਣ ਵਾਸਤੇ ਨਹੀਂ, ਉਹ ਤਾਂ ਅਬਰਾਹਮ ਤੇਰੇ ਕੋਲੋਂ ਹੀ ਆਇਆ ਚੱਲ ਕੇ। ਹਾਂਜੀ ਪੜ੍ਹੀਏ। ਤਾਂ ਉਹਨਾਂ ਨੇ ਆਖਿਆ, ਹਾਂਜੀ, ਉਵੇਂ ਹੀ ਕਰ ਜਿਵੇਂ ਤੂੰ ਬੋਲਿਆ। ਉਵੇਂ ਹੀ ਕਰ ਜਿਵੇਂ ਤੂੰ ਬੋਲਿਆ। ਪੜ੍ਹੀਏ। ਕਈ ਵਾਰ ਅਸੀਂ ਆਪਣੇ ਬੋਲਾਂ ਦੇ ਉੱਪਰ ਉਤਰਦੇ ਨਹੀਂ ਹਾਂ, ਕਹਿੰਦੇ ਕੁਛ ਤੇ ਕਰਦੇ ਕੁਛ। ਹਾਂਜੀ ਪੜ੍ਹੀਏ। ਤਦ ਅਬਰਾਹਮ ਨੇ ਸਾਰਾ ਕੁਝ ਤੰਬੂ ਵਿੱਚ ਛੇਤੀ ਜਾ ਕੇ ਆਖਿਆ, ਚੱਟ ਕਰ 3 ਮਾਪ ਮੈਦਾ ਗੁੰਨ ਕੇ ਫੁਲਕੇ 3 ਮਾਪ ਆਟਾ ਗੁੰਨ ਕੇ ਫੁਲਕੇ ਬਣਾ। ਅਤੇ ਅਬਰਾਹਮ ਨੱਸ ਕੇ ਚੋਣੇ ਵਿੱਚ ਗਿਆ। ਹਾਂਜੀ। ਅਤੇ ਇੱਕ ਅੱਛਾ ਨਰਮ ਔਰ ਚੰਗਾ ਜਿਹਾ ਲਿਆ ਕੇ ਇੱਕ ਜਵਾਨ ਨੂੰ ਦਿੱਤਾ। ਉਸਨੇ ਛੇਤੀ ਉਹਨੂੰ ਤਿਆਰ ਕੀਤਾ, ਬੜੇ ਚਾਅ ਨਾਲ। ਹਾਂਜੀ। ਫਿਰ ਉਸਨੇ ਦਹੀਂ ਔਰ ਦੁੱਧ ਔਰ ਉਹ ਬੱਚਾ ਜਿਹਨੂੰ ਉਸਨੇ ਤਿਆਰ ਕਰਵਾਇਆ ਸੀ ਲੈ ਕੇ ਉਹਨਾਂ ਅੱਗੇ ਪਰੋਸ ਦਿੱਤਾ। ਜੀ। ਆਪ ਉਹਨਾਂ ਦੇ ਕੋਲ ਰੁੱਖ ਹੇਠ ਖੜਾ ਰਿਹਾ। ਮਿਹਰਬਾਨੀ। ਆਓ ਭਗਤ ਕੀਤੀ। ਆਓ ਭਗਤ ਕੀਤੀ। ਉਹ ਇਨਸਾਨ ਦੇ ਅੰਦਰ ਸੁਪਿਆ ਹੋਇਆ ਸੀ ਤੇ ਇਨਸਾਨ ਉਹ ਚੀਜ਼ਾਂ ਚਿਕਨ ਖਾ ਰਿਹਾ ਸੀ, ਦਹੀਂ ਪੀ ਰਿਹਾ ਸੀ, ਦੁੱਧ ਪੀ ਰਿਹਾ ਸੀ, ਵਗੈਰਾ ਵਗੈਰਾ। ਹਾਲੇਲੂਇਆ। ਆਮੀਨ। ਉਹ ਇਨਸਾਨ ਦੀ ਸੇਵਾ ਕਰ ਰਿਹਾ ਹੈ, ਲੇਕਿਨ ਇਨਸਾਨ ਦੀ ਨਹੀਂ। ਉਹ ਇਹ ਜਾਣਦਾ ਸੀ ਅਸੀਂ ਇਨਸਾਨ ਦੇ ਅੰਦਰ ਤੇ ਕੁਝ ਹੋ ਰਿਹਾ। ਇਹ ਤੇ ਵਚਨ ਆ।
ਇਹ ਤੇ ਉਹ ਵਚਨ ਆ, ਇਹ ਤੇ ਵਚਨ ਦੇਤਾ ਹੀ ਹੈ। ਹਾਲੇਲੂਇਆ, ਆਮੀਨ। ਇਸ ਲਈ ਮੇਰੀਓ ਭੈਣੋ, ਮੇਰੇ ਭਰਾਓ, ਸਾਇਰਾਬਾਦ ਦੇ ਉੱਤੇ ਹੱਸੀ ਅੱਜ ਵੀ ਲੋਕ ਇਦਾਂ ਕਰ ਸਕਦੇ ਨੇ। ਜਦੋਂ ਅਸੀਂ ਅੱਗੇ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਅਬਰਾਹਮ ਨੇ ਉਹਨੂੰ ਆਪਣੀਆਂ ਸਾਰੀਆਂ ਵਸਤੂਆਂ ਦਾ ਦਸਵੰਧ ਦਿੱਤਾ ਹੈ। ਔਰ ਇਹਦੇ ਨਾਲ ਨਾਲ ਪਿਆਰਿਓ, ਦਸਵੰਧ ਦਿੱਤਾ ਹੈ, ਇਹਦੇ ਨਾਲ ਨਾਲ ਅੱਗੇ ਦੇਖਿਆ ਕਿ ਉਹਨੂੰ ਪਹਿਚਾਣ ਗਿਆ। ਜਦੋਂ ਉਹਨੂੰ ਪਹਿਚਾਣ ਗਿਆ ਤੇ ਉਹਦੇ ਅੱਗੇ ਝੁਕ ਗਿਆ। ਉੱਥੇ ਫਿਰ ਖੁਦਾ ਨੇ ਆਖਿਆ, ਹਾਂਜੀ ਪੜ੍ਹ ਦਿਓ, ਕਲੀਅਰ ਕਰ ਦਿਓ, ਚੱਲਦੇ ਹਾਂ ਅੱਗੇ। ਹਾਂਜੀ। ਅਤੇ ਉਹਨਾਂ ਨੇ ਖਾਧਾ। ਫਿਰ ਉਹਨਾਂ ਨੇ ਉਹਨੂੰ ਆਖਿਆ, ਸਾਰਾ ਤੇਰੀ ਪਤਨੀ ਕਿੱਥੇ ਹੈ? ਸਾਰਾ ਤੇਰੀ ਪਤਨੀ ਕਿੱਥੇ ਹੈ? ਉਸਨੇ ਵੇਖੋ ਉਹ ਤੰਬੂ ਵਿੱਚ ਹੈ। ਉਹਨੇ ਆਖਿਆ ਤੰਬੂ ਵਿੱਚ ਹੈ। ਤਾਂ ਉਸਨੇ ਆਖਿਆ, ਮੈਂ ਜ਼ਰੂਰ ਬਹਾਰ ਦੇ ਉੱਤੇ ਤੇਰੇ ਕੋਲ ਮੁੜ ਆਵਾਂਗਾ ਅਤੇ ਵੇਖ ਸਾਰਾ ਤੇਰੀ ਪਤਨੀ ਪੁੱਤਰ ਜਨੇਗੀ। ਹਾਲੇਲੂਇਆ, ਹਾਲੇਲੂਇਆ। ਵਾਦਾ ਪੂਰਾ ਕਰਨ ਚ ਕਿੰਨਾ ਸਮਾਂ ਰਹਿ ਗਿਆ ਭਾਈ? ਹਾਂਜੀ, ਹਾਂਜੀ, 1 ਸਾਲ। ਗੋਡ ਬਲੈਸ ਯੂ। ਕਿੰਨਾ ਸਮਾਂ ਰਹਿ ਗਿਆ? ਉਹ ਆ ਗਿਆ ਨਾ, ਕਹਿੰਦਾ ਬਹਾਰ ਦੀ ਰੁੱਤੇ। ਆਇਆ ਕਦੋਂ ਸੀ? ਬਹਾਰ ਦੀ ਰੁੱਤੇ। ਵਾਦਾ ਕਦੋਂ ਪੂਰਾ ਹੋਵੇਗਾ? ਬਹਾਰ ਦੀ ਰੁੱਤੇ। ਵੇਖ ਬਹਾਰ ਦੀ ਰੁੱਤੇ ਆ ਰਹੀ ਹੈ, ਬਹਾਰ ਦੀ ਰੁੱਤ। ਤੁਹਾਨੂੰ ਵੀ ਯਹੋਵਾ ਇੰਜ ਫਰਮਾਉਣ ਵਾਲਾ ਵਚਨ ਮਿਲੇਗਾ। ਤੁਹਾਨੂੰ ਵੀ ਆਖਰੀ ਵਰਖਾ ਤੁਹਾਡੇ ਉੱਤੇ ਵਹਾਈ ਜਾਵੇਗੀ। ਗਰਜ਼ਾਂ ਤੁਹਾਡੇ ਲਈ ਹਨ। ਕਿੰਨੇ ਮੇਰੀ ਗੱਲ ਸਮਝ ਰਹੇ ਨੇ? ਆ ਕਦੋਂ ਰਹੀਆਂ ਨੇ? जब दुल्हन पर ਸਕੰਜਾ कसा जाए तब देखो तीसरा। ਸਮਾਂ ਦੱਸ ਦਿੱਤਾ, ਸਮਾਂ ਦੱਸ ਦਿੱਤਾ, ਸਮਾਂ ਦੱਸ ਦਿੱਤਾ ਹੈ। ਪਰ ਯੋਏਲ ਦੇ ਵਿੱਚ ਸਮਾਂ ਨਹੀਂ ਦੱਸਿਆ ਗਿਆ, ਪਰ ਆਖਰੀ ਵਰਖਾ ਤੇ ਦੂਸਰੀ ਵਰਖਾ ਦਾ ਜ਼ਿਕਰ ਕੀਤਾ ਗਿਆ। ਪਰ ਇੱਥੇ ਆਣ ਕੇ ਇਸ ਯੁੱਗ ਦੇ ਵਿੱਚ ਸਾਡੇ ਸਮੇਂ ਦੇ ਨਬੀ ਬ੍ਰਦਰ ਬਿਲੀਅਨ ਮੈਰੀਅਨ ਬ੍ਰਾਹਨਮ ਦੇ ਦੁਆਰਾ ਆਖਰੀ ਵਰਖਾ ਕਦੋਂ ਪਵੇਗੀ ਇਹ ਸਮਾਂ ਦੱਸਿਆ ਗਿਆ। ਯਹੋਵਾ ਇੰਜ ਫਰਮਾਉਣ ਵਾਲਾ ਵਚਨ ਕਦੋਂ ਆਵੇਗਾ? ਸਮਾਂ ਦੱਸਿਆ ਗਿਆ। ਤੀਸਰਾ ਖਿਚਾਵ ਕਦੇ ਆਵੇਗਾ? ਸਮਾਂ ਦੱਸਿਆ ਗਿਆ। ਆ ਗਰਜਾਂ ਕਦ ਪ੍ਰਗਟ ਹੋਣਗੀਆਂ? ਸਮਾਂ ਦੱਸਿਆ ਗਿਆ। ਮੁਰਦੇ ਕਦੋਂ ਕਬਰਾਂ ਚੋਂ ਬਾਹਰ ਆ ਜਾਣਗੇ? ਸਮਾਂ ਦੱਸਿਆ ਗਿਆ। ਕਿੰਨੇ ਮੇਰੇ ਨਾਲ ਨੇ? ਆਮੀਨ, ਹਾਲੇਲੂਇਆ। ਬਹਾਰ ਦੀ ਰੁੱਤ, ਸਮਾਂ ਦੱਸਿਆ ਗਿਆ। ਉਦੋਂ ਅਬਰਾਹਮ ਨਾਲ ਸਮਾਂ ਦੱਸ ਦਿੱਤਾ। ਪਿਆਰਿਓ, ਅੱਜ ਫਿਰ 28 ਫਰਵਰੀ 1963 ਨੂੰ ਅਬਰਾਹਮ ਦੀ ਅੰਸ਼ ਨੂੰ ਮਿਲਣ ਦੇ ਲਈ ਆਇਆ। ਜਦੋਂ ਅਬਰਾਹਮ ਦੀ ਅੰਸ਼ ਨੂੰ ਮਿਲਣ ਵਾਸਤੇ ਆਇਆ ਤੇ ਉਹਨੇ ਅਬਰਾਹਮ ਦੀ ਅੰਸ਼ ਨੂੰ ਸਮਾਂ ਦੱਸ ਦਿੱਤਾ ਹੈ। ਤੀਸਰਾ ਖਿਚਾਵ ਆ ਰਿਹਾ ਹੈ। ਹਾਲੇਲੂਇਆ। तीसरा खिंचाव आ रहा। कद? जब दुल्हन पर सकंजा कसा जाए। जन तैयार हो, इंतजार करो। आओ असी आ गए अपने इंतजारी के समय उत्ते। हुण तुहानूं ज़्यादा लंबा समा नहीं, सिर्फ तो सिर्फ 1 साल इंतजार करना पवेगा। अब्राहम किन्ने मेरे नाल ने? सिर्फ तो सिर्फ एक साल इंतजार करना पवेगा। ठीक है, हुण मैनू ते तुहानूं बस उन्ना कुछ चिर इंतजार करना पवेगा जब तक वर्ल्ड कौंसलर दुल्हन उत्ते सकंजा नहीं कसदी। मैं आस करदा कि तुसीं समझ पा रहे हो। 55 पेज बोलिया होया वचन मूल बीज है। 55 पेज 219 पैरा नंबर पढ़ते हो। ਆਪਣੀਆਂ ਗਲਤੀਆਂ ਸਮੇਂ ਕਈ ਕੁਛ ਇਹਦੇ ਵਿੱਚ ਹੈ। ਆਪਣੀਆਂ ਗਲਤੀਆਂ ਦੇ ਸਮੇਂ ਇਹ ਨਾ ਕਹੋ ਕਿ ਮੈਂ ਫੇਲ ਹੋ ਗਿਆ। ਕਈ ਇੱਦਾਂ ਸੋਚਦੇ ਕਈ ਡਿੱਗ ਚੁੱਕੇ ਹੋ ਸਕਦੇ ਨੇ। ਹਾਂਜੀ, ਪੜ੍ਹਦੇ ਹਾਂ। ਸਾਡੀਆਂ ਗਲਤੀਆਂ ਵਿੱਚ ਇਹ ਨਾ ਕਹੋ ਚੰਗਾ ਮੈਂ ਅਸਫਲ ਹੋਇਆ ਹਾਂ। ਆਪਣੀਆਂ ਗਲਤੀਆਂ ਦੇ ਸਮੇਂ ਇਹ ਨਾ ਕਹੋ ਕਿ ਮੈਂ ਅਸਫਲ ਹੋ ਗਿਆ। ਨਹੀਂ, ਇਹ ਅਬਰਾਹਮ ਵੀ ਅਸਫਲ ਹੋਇਆ
ਅਬਰਾਹਮ ਵੀ ਅਸਫਲ ਹੋਇਆ, ਪਰ ਉਹ ਕਲੀਸਿਆ ਨੂੰ ਨਾਸ਼ ਨਹੀਂ ਕਰ ਸਕਿਆ। ਪਰ ਉਹ ਸਾਇਰਾ ਨੂੰ ਨਾਸ ਨਹੀਂ ਕਰ ਸਕਿਆ। ਕਿੰਨੇ ਸਮਝ ਗਏ? ਫੇਲ ਹੋ ਗਈ ਨਾ? ਹਾਂਜੀ, ਫੇਲ ਹੋ ਗਈ ਨਾ? ਹੱਸੀ ਹੀ, ਮਜ਼ਾਕ ਕੀਤਾ, ਪਰ ਉਹ ਨਾਸ ਨਹੀਂ ਹੋਈ। ਧਿਆਨ ਨਾਲ ਸੁਣਿਓ, ਗੌਰ ਕਰਿਓ। ਹਾਂਜੀ, ਪੜ੍ਹੀਏ ਅੱਗੇ। ਉਹ ਆਪਣੇ ਚੁਣਿਆ ਹੋਇਆਂ ਨੂੰ ਨਾਸ ਨਹੀਂ ਕਰ ਸਕਦਾ। ਪੜ੍ਹੀਏ। ਉਹ ਚੁਣਿਆ ਹੋਇਆਂ ਨੂੰ ਮਾਰ ਨਹੀਂ ਸਕਦਾ। ਉਹ ਚੁਣਿਆ ਹੋਇਆਂ ਨੂੰ ਮਾਰ ਨਹੀਂ ਸਕਦਾ। ਉਹ ਤੁਹਾਡਾ ਜੀਵਨ ਨਹੀਂ ਲੈ ਸਕਦਾ। ਕਿਉਂਕਿ ਤੁਸੀਂ ਉਸ ਦਾ ਹਿੱਸਾ ਹੋ, ਤੁਸੀਂ ਵਚਨ ਹੋ। ਹਾਲੇਲੂਇਆ, ਆਮੀਨ। ਹੁਣ ਦੇਖਣਾ ਹੈ ਕਿ ਵਾਕਈ ਮੈਂ ਵਚਨ ਹਾਂ। ਜੋ ਜੋ ਵਚਨ ਕਹਿੰਦਾ ਹੈ ਮੈਂ ਉਦਾਂ ਹੀ ਕਰ ਰਿਹਾ ਹਾਂ। ਇਹੀ ਅੱਜ ਤੱਕ ਮੇਰੀ ਦੌੜ ਰਹੀ ਹੈ ਕਿ ਮੈਂ ਕਲੀਸਿਆ ਨੂੰ ਵਚਨ ਉੱਤੇ ਖੜੀ ਕਰ ਦੇਵਾਂ, ਵਚਨ ਉੱਤੇ ਲੈ ਆਵਾਂ। ਹੁਣ ਚੈੱਕ ਅਸੀਂ ਆਪਣੇ ਆਪ ਨੂੰ ਕਰਨਾ, ਜੱਜਮੈਂਟ ਅਸੀਂ ਆਪਣੇ ਆਪ ਦੀ ਆਪ ਕਰਨੀ ਹੈ। ਹਾਂਜੀ, ਅੱਗੇ ਚੱਲੀਏ, ਮੈਂ ਉੱਦਾਂ ਨਹੀਂ ਜਾਣਾ ਚਾਹੁੰਦਾ ਹੁਣ। ਉਹ ਵਚਨ ਤੁਹਾਡੇ ਵਿੱਚ ਹੈ। ਹਾਂਜੀ, ਪੜ੍ਹੀਏ। ਇਹ ਆਪਣੇ ਆਪ ਪ੍ਰਗਟ ਹੁੰਦਾ ਹੈ। ਹਾਂਜੀ, ਆਪਣੇ ਆਪ ਸਿੱਧ ਹੁੰਦਾ ਹੈ। ਜੀ। ਪਿਆਰ, ਆਨੰਦ, ਸ਼ਾਂਤੀ, ਧੀਰਜ, ਖੁਦਾ ਦੇ ਸਾਰੇ ਵਚਨ ਤੁਸੀਂ ਹਰੇਕ ਤੇ ਨਿਹਚਾ ਕਰਦੇ ਹੋ, ਕੰਮ ਕਰ ਰਹੇ ਹਨ। ਖੁਦਾ ਤੁਹਾਡੇ ਰਾਹੀਂ ਕੰਮ ਕਰ ਰਿਹਾ ਹੈ। ਤੁਸੀਂ ਵਚਨ ਜੋ ਮਸੀਹ ਹੈ ਦਾ ਹਿੱਸਾ ਹੋ। ਹਾਲੇਲੂਇਆ, ਆਮੀਨ। ਔਰ ਖੁਦਾ ਵਚਨ ਹੈ ਤੇ ਉਹ ਆਪਣੇ ਵਚਨ ਦਾ ਨਾਸ ਕਰ ਨਹੀਂ ਸਕਦਾ। ਜੇ ਅਸੀਂ ਵਚਨ ਨਾਲ ਵਚਨ ਹਾਂ ਤੇ ਫਿਰ ਸਾਡਾ ਨਾਸ ਕਦੇ ਵੀ ਕਰ ਨਹੀਂ ਸਕਦਾ। ਉਹ ਆਪਣੇ ਚੁਣੇ ਹੋਏ ਅੰਸ਼ ਦਾ ਨਾਸ ਕਰ ਨਹੀਂ ਸਕਦਾ। ਨਬੀ ਦੇ ਕਹਿਣ ਦਾ ਮਤਲਬ ਹੈ ਕਿ ਅਬਰਾਹਮ ਉਹਦੇ ਮਾਸ ਵਿੱਚੋਂ ਮਾਸ ਸੀ ਤੇ ਉਹਦੀ ਹੱਡੀ ਵਿੱਚੋਂ ਹੱਡੀ ਸੀ। ਇਸ ਲਈ ਉਹ ਸਾਇਰਾ ਨੂੰ ਨਾਸ ਕਰ ਨਹੀਂ ਸਕਿਆ, ਭਾਵੇਂ ਉਹ ਫੇਲ ਹੋ ਗਈ। ਕਿੰਨੇ ਮੇਰੇ ਨਾਲ ਨੇ? ਉਹ ਆਪਣੀ ਦੁਲਹਨ ਨੂੰ ਨਾਸ ਨਹੀਂ ਕਰ ਸਕਦਾ। ਉਹ ਡਿੱਗੇਗੀ ਫਿਰ ਉੱਠ ਖੜੀ ਹੋਵੇਗੀ। ਆਮੀਨ। ਆਓ ਅਸੀਂ ਦੂਸਰਾ ਕਰੈਕਟਰ ਦੇਖੀਏ। ਦੂਸਰਾ ਕਰੈਕਟਰ ਸ਼ਾਰਟ ਵਿੱਚ ਮੈਨੂੰ ਜਾਣਾ ਪੈਣਾ ਹੈ। ਦੂਸਰਾ ਉਡੀਕ ਕਰਨ ਵਾਲਾ ਨੂਹ ਸੀਗਾ। ਕੌਣ ਸੀਗਾ ਭਾਈ? ਕੌਣ ਸੀਗਾ? ਨੂਹ। ਨੂਹ ਨਾਲ ਵੀ ਵਾਅਦਾ ਕੀਤਾ ਗਿਆ, ਬਾਰਿਸ਼ ਆ ਰਹੀ ਹੈ, ਬਾਰਿਸ਼ ਆ ਰਹੀ ਹੈ, ਬਾਰਿਸ਼ ਆ ਰਹੀ ਹੈ। ਅਬਰਾਹਮ ਨੂੰ ਕੀ ਕਹਿ ਰਿਹਾ ਸੀ? ਬੱਚਾ ਆ ਰਿਹਾ ਹੈ। ਹਾਲੇਲੂਇਆ, ਹਾਲੇਲੂਇਆ। ਵਾਅਦਾ ਸੀਗਾ, ਆ ਰਿਹਾ ਹੈ। ਅੱਛਾ, ਅਬਰਾਹਮ ਰਸਤੇ ਵਿੱਚ ਚੱਲਦਾ 25 ਸਾਲ ਦੇ ਸਫ਼ਰ ਦੇ ਵਿੱਚ ਰਸਤੇ ਵਿੱਚ ਆਇਆ, ਕਹਿੰਦਾ ਕਿ ਮੇਰੇ ਮਾਲ ਧਨ ਦਾ ਵਾਰਿਸ਼ ਮੇਰਾ ਨੌਕਰ ਹੋਵੇਗਾ। ਉਹਨੇ ਆਖਿਆ ਨਹੀਂ, ਅਬਰਾਹਮ ਤੇਰੇ ਘਰ ਜੰਮ ਹੋਵੇਗਾ। ਆਮੀਨ। ਤੰਬੂ ਚੋਂ ਬਾਹਰ ਨਿਕਲ, ਤਾਰੇ ਗਿਣ। ਸਮਝ ਆ ਰਹੀ ਹੈ ਭਾਈ? ਕਹਿੰਦਾ ਇੰਨੀ ਤੇਰੀ ਅੰਸ਼ ਹੋਵੇਗੀ। ਰਸਤੇ ਵਿੱਚ ਚਲਦੇ ਸਵਾਲ ਜਵਾਬ ਉਹਦੇ ਆਪਣੇ ਹੀ ਮਨ ਦੇ ਵਿੱਚ ਹੁੰਦੇ ਨੇ। ਖੁਦਾ ਉਹਦੇ ਮਨਾਂ ਦੇ ਵਿਚਾਰਾਂ ਨੂੰ ਪ੍ਰਗਟ ਕਰਦਾ ਤੇ ਉਹਨੂੰ ਦਿਲਾਸਾ ਦਿੰਦਾ, ਹੌਸਲਾ ਦਿੰਦਾ ਆ। ਹਾਲੇਲੂਇਆ। ਹੋ ਸਕਦਾ ਸਾਡੇ ਵੀ ਕਈ ਵਾਰ ਮਨਾਂ ਦੇ ਵਿਚਾਰ ਇਦਾਂ ਉਦਾਂ ਕਰਦੇ ਤੇ ਚੱਲਦੇ ਹੋਣ, ਪਰ ਸਮੇਂ ਸਿਰ ਖੁਦਾ ਆਉਂਦਾ, ਆਪਣੇ ਵਚਨ ਨੂੰ ਲੈਂਦਾ ਤੇ ਮੈਨੂੰ ਤੇ ਤੁਹਾਡੇ ਉਹ ਉਤਸ਼ਾਹ ਨੂੰ ਹੋਰ ਅੱਗੇ ਵਧਾਉਂਦਾ ਹੈ। ਆਮੀਨ, ਹਾਲੇਲੂਇਆ। ਜਦ ਸਾਡੇ ਹਾਲਾਤ ਬੈਕ ਸਲਾਈਡ ਵਾਲੇ ਹੋ ਜਾਣ, ਜਦ ਅਸੀਂ ਪਿੱਛੇ ਨੂੰ ਮੁੜਨ ਦੇ ਵਿਚਾਰ ਬਣਾ ਲਈਏ, ਜਦ ਅਸੀਂ ਚਰਚ ਚੇਂਜ ਕਰਨ ਦਾ ਪਲਾਨ ਬਣਾ ਲਈਏ, ਜਦ ਅਸੀਂ ਛੱਡ ਦੇਣ ਦਾ ਪਲਾਨ ਬਣਾ ਲਈਏ, ਤੋ ਇਹ ਆਉਂਦਾ ਹੈ ਆਪਣੇ ਵਚਨ ਨੂੰ ਲੈਂਦਾ ਹੈ, ਸਾਨੂੰ ਫਿਰ ਉੱਠ ਕੇ ਖੜੇ ਕਰਦਾ ਹੈ। ਇਹ ਅਬਰਾਹਮ ਦੀ ਕੰਡੀਸ਼ਨ ਸੀ ਕਿ ਮੇਰੇ ਘਰ ਦਾ ਵਾਰਿਸ ਮੇਰਾ ਨੌਕਰ ਹੋਵੇਗਾ। ਖੁਦਾ ਕਹਿੰਦਾ ਨਹੀਂ, ਤੇਰੇ ਘਰ ਪੈਦਾ ਹੋਵੇਗਾ। ਹਾਲੇਲੂਇਆ, ਆਮੀਨ। ਅਸੀਂ ਨੂਹ ਕਰੈਕਟਰ ਵੱਲ ਦੇਖ ਰਹੇ ਹਾਂ। ਨੂਹ ਕਰੈਕਟਰ ਬਾਰਿਸ਼ ਦੀ ਉਡੀਕ ਕਰਦਾ ਰਿਹਾ।
ਮੈਂ ਸਮਝਦਾ ਕਿ ਅਸੀਂ ਸੰਦੇਸ਼ ਨੂੰ ਸਮਾਪਤ ਕਰ ਦਈਏ। ਜੇ ਮੈਂ ਇਹਨੂੰ ਸ਼ੁਰੂ ਕਰ ਲਿਆ ਤੇ ਮੈਂ ਕੰਪਲੀਟ ਇਹਨੂੰ ਨਹੀਂ ਕਰ ਪਾਵਾਂਗਾ, ਬਹੁਤ ਸਮਾਂ ਲੱਗ ਜਾਵੇਗਾ। ਆਓ ਅਸੀਂ ਜੋ ਸੁਣਿਆ ਗਿਆ ਵਾ ਇਹਦੇ ਉੱਤੇ ਗੌਰ ਕਰੀਏ। ਇਹਦਾ ਅਗਲਾ ਹਿੱਸਾ ਅਸੀਂ ਅਗਲੇ ਐਤਵਾਰ ਖੁਦਾ ਦੇ ਰਹਿਮ ਦੇ ਨਾਲ ਦੇਖਾਂਗੇ। ਹਾਲੇਲੂਇਆ, ਆਮੀਨ। ਇਹ ਇੱਕ ਤਸਵੀਰਾਂ ਹਨ। ਮੈਂ ਕਿਹੜੀ ਵਰਖਾ ਪਹਿਲੀ ਤੇ ਆਖਰੀ ਕਿਹੜੀ ਦਸੀ ਹੈ? ਅਬਰਾਹਮ ਦੇ ਸਮੇਂ ਦੀ। ਆਮੀਨ। ਅਬਰਾਹਮ ਦੇ ਸਮੇਂ ਜਦ ਮੈਂ ਪ੍ਰਚਾਰ ਲੈ ਕੇ ਆਵਾਂਗਾ ਕਿ ਆਖਰੀ ਵਰਖਾ ਕਰੇਗੀ ਕੀ, ਅਸੀਂ ਫਿਰ ਅਬਰਾਹਮ ਤੱਕ ਪਹੁੰਚਾਂਗੇ, ਦੁਬਾਰੇ ਪਹੁੰਚਾਂਗੇ। ਉਸ ਵਿਸ਼ੇ ਦੇ ਵਿੱਚ ਵੀ ਅਸੀਂ ਉੱਥੋਂ ਤੱਕ ਪਹੁੰਚਾਂਗੇ। ਅਬਰਾਹਮ ਨੇ ਉਡੀਕ ਕੀਤੀ। ਬੀਜ ਬੀਜਣ ਤੋਂ ਲੈ ਕੇ ਇੱਕ ਵਰਖਾ ਕਿਹੜੀ ਸੀ? ਬੀਜ ਬੀਜਿਆ ਗਿਆ। ਨਬੀ ਕਹਿੰਦੇ ਉਹ ਹੁਣ ਦੂਸਰੀ ਵਰਖਾ ਦੀ ਕੀ ਕਰ ਰਿਹਾ ਸੀ? ਉਡੀਕ ਕਰ ਰਿਹਾ ਸੀ। ਪਹਿਲੀ ਵਰਖਾ ਬੀਜੀ ਗਈ, ਵਚਨ ਬੀਜ ਬੀਜਿਆ ਗਿਆ, ਤੇਰੇ ਪੁੱਤਰ ਹੋਵੇਗਾ। ਇਹ ਬੀਜ ਸੀ ਜੋ ਬੀਜਿਆ ਗਿਆ, ਪਰ ਪੁੱਤਰ ਅਜੇ ਪੈਦਾ ਹੋਇਆ ਨਹੀਂ। ਪੁੱਤਰ ਪੈਦਾ ਹੋ ਜਾਣਾ ਇਹ ਦੂਸਰੀ ਵਰਖਾ ਸੀ। ਹਾਲੇਲੂਇਆ, ਆਮੀਨ। ਇਸ ਲਈ ਇੱਕ ਵਰਖਾ ਬੀਜਿਆ ਗਿਆ ਤੇ ਦੂਸਰੀ ਵਰਖਾ ਆਤਮਾ ਦੀ ਵਰਖਾ ਹੈ। ਉਹਦਾ ਆਤਮਾ ਦਾ ਪ੍ਰਗਟ ਹੋ ਜਾਣਾ ਇਹ ਵਰਖਾ ਹੈ। ਹਾਲੇਲੂਇਆ। ਅੱਜ ਅਸੀਂ ਵੀ ਇੰਤਜ਼ਾਰ ਕਰ ਰਹੇ ਹਾਂ। ਸਾਡੇ ਸਮੇਂ ਦੇ ਵਿੱਚ 2 ਵਰਖਾ ਹੋ ਗਈਆਂ। ਕੀ 2 ਵਰਖਾ ਹੋ ਗਈਆਂ? ਕਿਹੜੀ ਵਰਖਾ ਹੋਈ ਹੈ? ਕਿਹੜੀ ਵਰਖਾ ਹੋਈ ਹੈ? ਕਿਹੜੀ ਵਰਖਾ ਹੋ ਰਹੀ ਹੈ? ਸਿੱਖਿਆ ਦੀ। ਆਮੀਨ ਆ। ਕਿਹੜੀ ਵਰਖਾ ਹੋ ਰਹੀ ਹੈ? ਤੇ ਕਈ ਲੋਕ ਕਹਿੰਦੇ ਦੋਨੇ ਵਰਖਾ ਹੋ ਗਈਆਂ। ਕਿਤੇ ਧੋਖੇ ਵਿੱਚ ਨੇ। ਮੈਂ ਦੱਸਾਂਗਾ, ਨਬੀ ਕਹਿੰਦੇ ਨੇ ਧੋਖੇ ਵਿੱਚ ਨੇ। ਜੇ ਨਬੀ ਕਹਿ ਰਹੇ ਨੇ ਤੇ ਮੈਨੂੰ ਕਹਿਣ ਦੇ ਵਿੱਚ ਕੋਈ ਸ਼ਰਮ ਨਹੀਂ ਹੈ। ਹਾਲੇਲੂਇਆ। ਲੋਕ ਧੋਖੇ ਵਿੱਚ ਨੇ। ਲੋਕ ਇਹ ਨਹੀਂ ਦੇਖਦੇ, ਜਦ ਕਿਤੇ ਨਬੀ ਦਾ ਹਵਾਲਾ ਮਿਲ ਜਾਏ ਪਹਿਲੀ ਵਰਖਾ ਤੇ ਦੂਜੀ ਵਰਖਾ ਹੋ ਗਈ, ਲੋਕ ਉਸ ਹਵਾਲੇ ਨੂੰ ਲੈ ਲੈਂਦੇ ਨੇ। ਪਰ ਲੋਕ ਇਹ ਨਹੀਂ ਦੇਖਦੇ ਕਿ ਗੱਲ ਨਬੀ ਕਿਹੜੀ ਕਰ ਰਿਹਾ, ਗੱਲ ਕਿੱਥੇ ਦੀ ਚੱਲ ਰਹੀ ਹੈ, ਕਿੱਥੇ ਹੋ ਗਈ ਹੈ ਵਰਖਾ। ਸਮਝ ਆਈ? ਇਸ ਲਈ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਾਂਗੇ। ਹੁਣ ਬੀਜ ਬੀਜਿਆ ਗਿਆ। ਆਮੀਨ। ਵਰਖਾ ਹੋ ਗਈ। ਯਹੋਵਾ ਇੰਜ ਫਰਮਾਉਣ ਵਾਲਾ ਵਚਨ ਦੁਲਹਨ ਨੂੰ ਮਿਲਣਾ ਹੈ। ਹੋ ਗਈ ਵਰਖਾ। ਇਹ ਵਰਖਾ ਬੀਜ ਬੀਜਿਆ ਗਿਆ, ਇਹ ਹੋਵੇਗੀ। ਇਹ ਬੀਜ ਬੀਜਿਆ ਗਿਆ। ਰੈਪਚਰ ਵਿੱਚ ਬੀਜ ਬੀਜਿਆ ਗਿਆ। ਦੁਲਹਨ ਬੇਦਾਰ ਹੋ ਜਾਵੇਗੀ। ਬੀਜ ਬੀਜਿਆ ਗਿਆ। ਹਾਲੇਲੂਇਆ, ਹਾਲੇਲੂਇਆ। ਦੁਲਹਨ ਤੀਸਰਾ ਖਿਚਾਵ ਲੈ ਕੇ ਆਏਗੀ। ਇੱਕ ਝੁੰਡ ਦਾ ਇੰਤਜ਼ਾਰ ਕਰੋ। ਇਹ ਬੀਜ ਬੀਜਿਆ ਗਿਆ ਆ। ਆਮੀਨ। ਪਰ ਇਹਨਾਂ ਦਾ ਪ੍ਰਗਟ ਜਦੋਂ ਹੋਵੇਗਾ ਉਦੋਂ ਫਿਰ ਆਤਮਾ ਦੀ ਵਾਢੀ ਹੋਵੇਗੀ। ਆਮੀਨ। ਤੋ ਜੇ ਆ ਲਾਸਟ ਵਿੱਚ ਕਹੀਆਂ ਹੋਈਆਂ ਮੇਰੀਆਂ ਗੱਲਾਂ ਸਮਝ ਵਿੱਚ ਨਹੀਂ ਆਈਆਂ ਤੇ ਜਿਉਂ-ਜਿਉਂ ਅਸੀਂ ਅੱਗੇ ਇਹਨਾਂ ਪ੍ਰਚਾਰਾਂ ਨੂੰ ਲੈ ਕੇ ਚੱਲਦੇ ਹਾਂ ਜ਼ਰੂਰ ਸਮਝ ਵਿੱਚ ਆ ਜਾਣਗੀਆਂ। ਆਮੀਨ। ਆਓ ਅੱਖਾਂ ਨੂੰ ਬੰਦ ਕਰਦੇ ਹਾਂ, ਸਿਰਾਂ ਨੂੰ ਝੁਕਾਉਂਦੇ ਹਾਂ, ਦੁਆ ਕਰਦੇ ਹਾਂ। ਕਿਸੇ ਵੀ ਇੱਕ ਜਨ ਨਾਲ ਮਿਲ ਕੇ ਦੁਆ ਕਰਦੇ ਹਾਂ। ਕੋਈ ਵੀ ਦੁਆ ਵਿੱਚ ਅਗਵਾਈ ਕਰ।